ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੂੰ ਚਾਉ ਸੱਜਣ ਮੈਂਡਿਆ, ਡੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ, ਕਦ ਪਸੀ ਦੀਦਾਰ। ਹਉ ਆਇਆ ਦੂਰਹੁ ਚੱਲ ਕੈ, ਮੈਂ ਤੱਕੀ ਤਉ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁਖ ਗਵਾਏ ਜਿਉ। ਰੂਪਹੀਨ ਕੁਲਹੀਨ, ਗੁਣਹੀਨ ਗਿਆਨਹੀਨ, ਸੋਭਾਹੀਨ ਭਾਗਹੀਨ, ਤਪਹੀਨ ਬਾਵਰੀ। ਦ੍ਰਿਸ਼ਟ ਦਰਸਹੀਨ, ਸ਼ਬਦ ਸੁਰਤਹੀਨ, ਬੁੱਧ ਬਲਹੀਨ, ਸੁਧੇ ਹਸਤ ਨਾ ਪਾਵਰੀ। ਪ੍ਰੀਤਹੀਨ ਰੀਤਹੀਨ, ਭਾਏ ਭੈ ਪ੍ਰਤੀਤਹੀਨ, ਚਿਤਹੀਨ ਬਿਤਹੀਨ, ਸਹਿਜ ਸੁਭਾਵਰੀ। ਅੰਗ ਅੰਗਹੀਨ, ਦੀਨਾਧੀਨ, ਪਰਚੀ ਨ ਲਗ ਚਰਨ, ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਸ਼ੰਤ ਸ਼ਲੋਕ। ਚਰਨ ਕਮਲ ਸਰਨਾਗਤੀ, ਆਨੰਦ ਮੰਗਲ ਗੁਣ ਗਾਮ। ਨਾਨਕ ਪ੍ਰਭ ਆਰਾਧੀਐ, ਬਿਪਤ ਨਿਵਾਰਣ ਰਾਮ। ਚਰਨ ਕਮਲ ਸਰਨਾਗਤੀ, ਆਨੰਦ ਮੰਗਲ ਗੁਣ ਗਾਮ। ਨਾਨਕ ਪ੍ਰਭ ਆਰਾਧੀਐ, ਬਿਪਤ ਨਿਵਾਰਣ ਰਾਮ। ਸ਼ੰਤ ਪ੍ਰਭ ਬਿਪਤ ਨਿਵਾਰਣ, ਇਸ ਬਿਨ ਅਵਰ ਨਾ ਹੋਏ ਜਿਉ। ਸਦਾ ਸਦਾ ਹਰਿ ਸਿਮਰਿਐ, ਜਲ ਥਲ ਮਹੀਲ ਸੋਏ ਜਿਉ। ਜਲ ਥਲ ਮਹੀਲ ਪੂਰ ਰਹਿਆ, ਪੂਰ ਰਹਿਆ। ਇਕ ਨਿਮਖ ਮਨਹੁ ਨਾ ਵਿਸਰੈ, ਗੁਰ ਚਰਨ ਲਾਗੇ ਦਿਨ ਸੁਭਾਗੇ। ਸਰਬ ਗੁਣ ਜਗਦੀਸ਼ਰੈ, ਕਰ ਸੇਵ ਸੇਵਕ ਦਿਨ ਸੁਰੈਣੀ। ਤਿਸ ਭਾਵੈ ਸੋ ਹੋਏ ਜਿਉ। ਬਾਲ ਜਾਏ
ਨਾਨਕ ਸੁਖ ਹੈ ਦਾਤੇ। ਪ੍ਰਗਾਸ ਮਨ ਤਨ ਹੋਏ ਜਿਉ। ਕਰ ਸੇਵ ਸੇਵਕ ਦਿਨ ਸੁਰੈਣੀ। ਤਿਸ ਭਾਵੈ ਸੋ ਹੋਏ ਜਿਉ। ਬਲ ਜਾਏ ਨਾਨਕ ਸੁਖ ਹੈ ਦਾਤੇ। ਪ੍ਰਗਾਸ ਮਨ ਤਨ ਹੋਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦਾ ਨਿਤਨੇਮ, ਪੰਜ ਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 926 ਅੰਗ ਤੋਂ ਇਹ ਪਵਿੱਤਰ ਸਤਿਗੁਰੂ ਜੀ ਦਾ ਸ਼ਬਦ ਜੋ ਸੰਤਾਂ ਦੇ ਵਿੱਚੋਂ ਹੈ ਆਰੰਭ ਹੋ ਰਿਹਾ ਹੈ ਔਰ 927 ਅੰਗ ਤੇ ਇਸ ਪਵਿੱਤਰ ਸ਼ਬਦ ਦੀ ਸਮਾਪਤੀ ਹੋਵੇਗੀ। ਗਰੀਬ ਨਵਾਜ ਸਤਿਗੁਰੂ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਸ਼ੰਤ ਸ਼ਲੋਕ। ਮਹਾਰਾਜ ਸਾਹਿਬ ਜੀ ਇਹ ਸ਼ੰਤ ਜਿਸ ਦੇ ਵਿੱਚ ਸੰਗੀਤ ਵੀ ਹੈ ਤੇ ਕਾਵ ਵੀ ਹੈ, ਐਸਾ ਜਸ ਰੂਪੀ ਸ਼ੰਤ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਤੇ ਇੱਕ ਇੱਕ ਸ਼ੰਤ ਦੇ ਨਾਲ ਇੱਕ ਇੱਕ ਸ਼ਲੋਕ ਵੀ ਪਹਿਲਾਂ ਮਹਾਰਾਜ ਸਾਹਿਬ ਜੀ ਉਚਾਰਨ ਕਰਨਗੇ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਆਰੰਭ ਵਿੱਚ ਸਿਰਲੇਖ ਸ਼ੰਤ ਦਿੱਤਾ ਹੈ। ਇਹ ਸ਼ੰਤਾਂ ਦੀ ਬਾਣੀ ਹੈ। ਤੋ ਸਤਿਗੁਰੂ ਸਾਹਿਬ ਜੀ ਨਾਲ ਨਾਲ ਇੱਕ ਇੱਕ ਸ਼ਲੋਕ ਵੀ ਸ਼ੰਤ ਤੋਂ ਪਹਿਲਾਂ ਉਚਾਰਨ ਕਰਦੇ ਹਨ। ਚਰਨ ਕਮਲ ਸਰਣਾਗਤੀ। ਪੰਚਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਜਿਨ੍ਹਾਂ ਨੇ ਸ਼ਰਨ ਲੈਣਾ ਕੀਤੀ ਹੈ। ਸਰਣਾਗਤੀ ਜਿਹੜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਗਤੀ ਆਏ ਹਨ, ਜਿਹੜੇ ਸ਼ਰਨ ਵਿੱਚ ਆਏ ਹਨ ਉਹਨਾਂ ਦੀ ਫਿਰ ਗਤੀ ਹੋਈ ਹੈ, ਕਲਿਆਣ ਹੋਈ ਹੈ ਸ਼ਰਨ ਆਉਣ ਵਾਲਿਆਂ ਦੀ। ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਜਿਨ੍ਹਾਂ ਨੇ ਸ਼ਰਨ ਲਈ ਹੈ। ਪਰਮੇਸ਼ਵਰ ਵਾਹਿਗੁਰੂ ਸਭ ਤੋਂ ਵੱਡਾ ਹੈ ਤੇ ਉਸ ਦੀ ਸ਼ਰਨ ਵੀ ਸਭ ਤੋਂ ਵੱਡੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ ਤਾਕੋ ਜਾਸਿਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ।
ਮਹਿਮਾ ਨਾਮ ਕਹਾ ਲਵ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ। ਜਿਨ੍ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਲਈ ਹੈ ਉਹਨਾਂ ਦੇ ਸਾਰੇ ਭੈ ਲੱਥ ਗਏ, ਦੁੱਖ ਬਿਨਸ ਗਏ, ਸੁਖ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਜੋ ਚਰਨਾਂ ਦੀ ਸ਼ਰਨ ਵਿੱਚ ਆਏ ਹਨ। ਪ੍ਰਭੂ ਦੇ ਚਰਨ ਕੀ ਹਨ? ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਵਾਹਿਗੁਰੂ ਪਰਮੇਸ਼ਰ ਦੇ ਨਿਰਗੁਣ ਬ੍ਰਹਮ ਦੇ ਜਿੱਥੇ ਉਹ ਸਰਬ ਵਿਆਪਕ ਆਪ ਹੈ ਉੱਥੇ ਉਹਦੇ ਚਰਨ ਕਮਲ ਵੀ ਸਰਬ ਵਿਆਪਕ ਹਨ। ਪਰਮੇਸ਼ਰ ਜੀ ਨੇ ਜਦੋਂ ਸਰਗੁਣ ਰੂਪ ਧਾਰਨ ਕੀਤਾ ਤਾਂ ਗਰੀਬ ਨਵਾਜ ਜਿੱਥੇ ਜਿੱਥੇ ਵਿਚਰੇ, ਜਿੱਥੇ ਜਿੱਥੇ ਚਰਨ ਪਾਏ ਉਹ ਅਸਥਾਨ ਪੂਜਣ ਵਾਲੇ ਬਣ ਗਏ। ਦਸਾਂ ਪਾਤਸ਼ਾਹੀਆਂ ਨੇ ਜਿੱਥੇ ਚਰਨ ਪਾਏ, ਜਿੱਥੇ ਕੋਈ ਚੋਜ ਕੌਤਕ ਕੀਤਾ, ਉਪਦੇਸ਼ ਬਖਸ਼ਿਆ, ਉਹ ਅਸਥਾਨ ਪੂਜਾ ਦਾ ਅਸਥਾਨ ਬਣ ਗਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇੱਕ ਸਰਗੁਣ ਸਰੂਪ ਦੇ ਚਰਨ ਹਨ ਤਾਂ ਜੋ ਮਹਾਰਾਜ ਸਾਹਿਬ ਜੀ ਨੇ ਫਿਰ ਸ਼ਬਦ ਰੂਪ ਧਾਰਨ ਕੀਤਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਫਿਰ ਸ਼ਬਦ ਸਰੂਪ ਦੇ ਚਰਨ ਵੀ ਸ਼ਬਦ ਸਰੂਪ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਜੋ ਗੁਰੂ ਕਾ ਸ਼ਬਦ ਗੁਰੂ ਕਾ ਨਾਮ ਹਿਰਦੇ ਵਸਾਉਣਾ ਹੈ, ਇਹ ਚਰਨਾਂ ਦਾ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਚਿੱਤ ਚਰਨ ਨਾਮ, ਚਿੱਤ ਵਿੱਚ ਜੋ ਨਾਮ ਨੂੰ ਧਾਰਨ ਕਰਨਾ ਹੈ, ਵਾਹਿਗੁਰੂ ਜੀ ਦੇ ਚਰਨਾਂ ਨੂੰ ਹੀ ਚਿੱਤ ਵਿੱਚ ਵਸਾਉਣਾ ਹੈ। ਤੇ ਪ੍ਰਭੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਜੋ ਜੀਵ ਆਏ ਹਨ। ਚਰਨ ਕਮਲ ਸਰਣਾਗਤੀ ਅਨੰਦ ਮੰਗਲ ਗੁਣ ਗਾਵਾਂ। ਜੋ ਪ੍ਰਭੂ ਦੇ ਚਰਨਾਂ ਕਮਲਾਂ ਦੀ ਸ਼ਰਨਾਗਤੀ ਸ਼ਰਨ ਵਿੱਚ ਆਏ ਆ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ। ਉਹਨਾਂ ਨੂੰ ਮੰਗਲ ਖੁਸ਼ੀਆਂ ਦੀ ਪ੍ਰਾਪਤੀ ਹੋਈ ਹੈ। ਗੁਣ ਗਾਮ, ਉਹਨਾਂ ਨੇ ਵਾਹਿਗੁਰੂ ਜੀ ਦੇ ਮੰਗਲਾਚਾਰ ਤੇ ਗੁਣ ਗਾਏ ਹਨ। ਗਾਮ ਨਾਮ ਹੈ ਗਾਉਣ ਦਾ, ਪ੍ਰਭੂ ਦੇ ਗੁਣਾਂ ਨੂੰ ਉਹਨਾਂ ਨੇ ਗਾਉਣਾ ਕੀਤਾ ਹੈ। ਔਰ ਗਾਮ ਨਾਮ ਹੈ ਗ੍ਰਾਮ ਨਗਰ ਦਾ, ਪਿੰਡ ਦਾ ਵੀ। ਉਹ ਗੁਣਾਂ ਦਾ ਘਰ ਹੀ ਬਣ ਗਏ ਹਨ, ਉਹ ਗੁਣਾਂ ਦਾ ਨਗਰ ਹੀ ਬਣ ਗਏ ਹਨ। ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਗੁਣਾਂ ਦਾ ਪਿੰਡ ਹੀ ਬਣ ਗਿਆ ਹੈ। ਸਮੂਹ ਗੁਣ ਉਹਨਾਂ ਵਿੱਚ ਆ ਗਏ। ਉਹਨਾਂ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ, ਆਨੰਦ ਸਰੂਪ ਮੰਗਲ ਸਰੂਪ ਦੀ, ਤੇ ਉਹ ਆਨੰਦ ਮੰਗਲ ਗਾਉਂਦੇ ਹਨ। ਨਾਨਕ ਪ੍ਰਭ ਆਰਾਧੀਐ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਪ੍ਰਭੂ ਦੀ ਆਰਾਧਨਾ ਕਰੀਏ। ਵਿਪਤ ਨਿਵਾਰਣ ਰਾਮ, ਜੋ ਰਾਮ ਸਰਬ ਵਿਆਪਕ ਹੈ, ਵਿਪਤ ਨਿਵਾਰਨ ਤੇ ਵਿਪਤਾ ਨੂੰ ਨਿਵਾਰਨ ਵਾਲਾ, ਸੰਕਟ ਨੂੰ, ਵਿਪਤਾ ਨੂੰ, ਦੁੱਖ ਮੁਸੀਬਤ ਦੇ ਸਮੇਂ ਨੂੰ ਨਿਵਰਤ ਕਰ ਦੇਣ ਵਾਲਾ ਹੈ। ਸ਼ੰਤ ਦੇ ਵਿੱਚ ਮਹਾਰਾਜ ਸਾਹਿਬ ਜੀ ਹੋਰ ਬਖਸ਼ਿਸ਼ ਕਰਦੇ ਹਨ। ਪ੍ਰਭ ਵਿਪਤ ਨਿਵਾਰਣੋ, ਉਹ ਪ੍ਰਭੂ ਵਿਪਤ ਨਿਵਾਰਨੋ, ਵਿਪਤਾ ਨੂੰ ਨਿਵਾਰਨ ਵਾਲਾ ਹੈ। ਇਸ ਬਿਨ ਅਵਰ ਨਾ ਕੋਏ ਜੀਓ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਅਵਰ ਹੋਰ ਕੋਈ ਨਹੀਂ ਹੈ ਉਹਦੇ ਵਰਗਾ। ਉਹ ਆਪਣੇ ਵਰਗਾ ਆਪ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਤੇਰਾ ਸ਼ਰੀਕ ਕੋ ਨਾਹੀ ਜਿਸਨੂੰ ਲਵੈ ਲਾਏ ਸੁਨਾਇਆ। ਉਹ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਹੈ, ਉਹਦੇ ਬਰਾਬਰ ਦਾ ਕੋਈ ਨਹੀਂ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਸਾਰੀ ਵਿਪਤਾ ਦੀ ਨਿਵਰਤੀ ਕਰਨ ਵਾਲਾ ਹੈ।
ਜੰਮਣ ਮਰਨ ਦੀ ਬਿਪਤਾ ਕੱਟਣ ਵਾਲਾ ਹੈ, 84 ਲੱਖ ਜੂਨਾਂ ਦੀ ਬਿਪਤਾ ਕੱਟਣ ਵਾਲਾ ਹੈ, ਨਰਕਾਂ ਦੀ ਬਿਪਤਾ ਕੱਟਣ ਵਾਲਾ ਹੈ। ਸੋ ਇਹ ਅਨੇਕ ਪ੍ਰਕਾਰ ਦੇ ਦੁੱਖ ਮੁਸੀਬਤਾਂ ਦੀ ਬਿਪਤਾ ਉਹ ਕੱਟਣ ਵਾਲਾ ਹੈ। ਤਿਸ ਬਿਨ ਅਵਰ ਨਾ ਕੋਇ ਜੀਉ, ਤਿਸ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਐਸਾ ਸਮਰੱਥ ਨਹੀਂ ਹੈ। ਸਦਾ ਸਦਾ ਹਰਿ ਸਿਮਰਿਐ, ਤੇ ਸਦਾ ਸਦਾ ਵਾਸਤੇ ਉਸ ਹਰੀ ਪਰਮੇਸ਼ਰ ਦਾ ਸਿਮਰਨ ਕਰਨਾ ਕਰੀਏ। ਜਲ ਥਲ ਮਹੀਅਲ ਸੋਏ ਜੀਓ, ਜੋ ਜਲ ਵਿੱਚ ਵੀ ਵਸਦਾ ਹੈ, ਥਲ ਵਿੱਚ ਵੀ ਵਸਦਾ ਹੈ, ਮਹੀ ਧਰਤੀ ਵਿੱਚ ਵੀ, ਅਲ ਆਕਾਸ਼ ਵਿੱਚ ਵੀ, ਸੋਏ ਉਹ ਪਰਮੇਸ਼ਰ ਸੋਭਾ ਵਾਲਾ ਵਸਦਾ ਹੈ ਜੀਓ। ਉਹ ਪਰਮੇਸ਼ਰ ਵਾਹਿਗੁਰੂ ਜੀ ਸਾਰਿਆਂ ਥਾਵਾਂ ਤੇ ਵਿਆਪਕ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਅਨਕ ਭਾਂਤ ਹੋ ਕਰਕੇ ਪਸਰਿਆ ਹੋਇਆ। ਜਲ ਵਿੱਚ ਵੀ ਉਸੇ ਦਾ ਹੀ ਵਾਸਾ, ਪਾਣੀ ਦੇ ਵਿੱਚ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਉਹ ਸਭ ਨੂੰ ਹਰਿਆ ਭਰਿਆ ਕਰਨ ਵਾਲੀ ਜਿਹੜੀ ਤਾਕਤ ਹੈ ਉਹ ਪਰਮੇਸ਼ਰ ਨੇ ਦਿੱਤੀ, ਤੇ ਜਲ ਵਿੱਚ ਉਹਨੇ ਆਪਣਾ ਵਾਸਾ ਕੀਤਾ ਹੋਇਆ। ਥਲ ਦੇ ਵਿੱਚ ਵੀ ਉਹਦਾ ਵਾਸਾ ਹੈ। ਮਹੀ ਨਾਮ ਧਰਤੀ ਦਾ ਹੈ, ਧਰਤੀ ਵਿੱਚ ਵੀ ਉਹ ਵਿਆਪਕ ਹੈ। ਅਲ ਨਾਮ ਆਕਾਸ਼ ਦਾ ਹੈ, ਆਕਾਸ਼ ਵਿੱਚ ਵੀ ਵਿਆਪਕ ਹੈ। ਭਾਵ ਸਾਰਿਆਂ ਥਾਵਾਂ ਦੇ ਉੱਤੇ ਉਹ ਵਿਆਪਕ ਹੈ, ਹਰ ਇੱਕ ਥਾਂ ਤੇ। ਜ਼ਮੀਨ ਵਿੱਚ ਵੀ, ਆਕਾਸ਼ ਵਿੱਚ ਵੀ। ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਵੱਧਦਾ ਘਟਦਾ ਨਹੀਂ ਹੈ, ਇੱਕ ਰਸ ਹੈ, ਸਾਰੇ ਥਾਵਾਂ ਦੇ ਉੱਤੇ ਵਿਆਪਕ ਹੈ। ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੀ ਰਚਨਾ ਨੂੰ ਰਚਣ ਵਾਲਾ, ਪਾਲਣਾ ਕਰਨ ਵਾਲਾ, ਸੰਘਾਰ ਕਰਨ ਵਾਲਾ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਜਲ ਥਲ ਮਹੀਅਲ ਪੂਰਿਆ ਪੂਰ ਰਹਿਆ। ਸਾਰੇ ਕਹਿੰਦੇ ਪਾਣੀ ਵਿੱਚ ਵੀ, ਖੁਸ਼ਕੀ ਵਿੱਚ ਵੀ, ਧਰਤੀ ਆਕਾਸ਼ ਵਿੱਚ ਵੀ ਉਹ ਪੂਰ ਰਹਿਆ, ਵਿਆਪਕ ਹੋ ਰਿਹਾ ਸਾਰਿਆਂ ਥਾਵਾਂ ਤੇ। ਜਲ ਦੀ ਨਿਆਈ ਜਿਹੜੇ ਪ੍ਰੇਮੀ ਹਨ ਉਹਨਾਂ ਦੇ ਵਿੱਚ ਵੀ ਪੂਰ ਰਹਿਆ, ਵਿਆਪਕ ਹੋ ਰਿਹਾ ਹੈ। ਤੇ ਥਲ ਖੁਸ਼ਕ ਥਾਂ ਨੂੰ ਕਿਹਾ ਜਾਂਦਾ। ਥਲ ਦੀ ਨਿਆਈ ਜਿਹੜੇ ਖੁਸ਼ਕ ਹਨ ਉਹਨਾਂ ਦੇ ਵਿੱਚ ਵੀ ਉਹ ਵਿਆਪਕ ਹੋ ਰਿਹਾ ਹੈ। ਉਹਦੀ ਸੱਤਾ ਤੋਂ ਬਿਨਾਂ ਖੁਸ਼ਕੀ ਵਾਲੀਆਂ ਗੱਲਾਂ ਵੀ ਨਹੀਂ ਕਰ ਸਕਦੇ, ਨਾਸਤਿਕ ਪੁਣੇ ਵਾਲੀਆਂ ਗੱਲਾਂ ਵੀ ਨਹੀਂ ਕਰ ਸਕਦੇ। ਬੋਲਿਆ ਹੀ ਨਹੀਂ ਜਾ ਸਕਦਾ ਜੇ ਉਹ ਵਿੱਚ ਨਾ ਹੋਵੇ। ਉਹਦੇ ਵਿੱਚ ਹੁੰਦਿਆਂ ਫਿਰ ਵੀ ਉਹਦੇ ਤੋਂ ਭੁੱਲੇ ਹੋਏ, ਉਸ ਤੋਂ ਵਿਛੜੇ ਹੋਏ, ਜਿਸ ਨੂੰ ਮਹਾਰਾਜ ਸਾਹਿਬ ਨੇ ਆਖਿਆ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੈ ਗਵਾਰੀ। ਤੂੰ ਅੰਦਰ ਵਸਦਾ ਪਰ ਫਿਰ ਵੀ ਇਹ ਇਨਸਾਨ ਤੈਨੂੰ ਬੁੱਝਦਾ ਨਹੀਂ, ਸਮਝਦਾ ਨਹੀਂ, ਵਿੱਚ ਬੈਠਾ ਹੋਇਆ ਹੈ। ਉਹ ਥਲ ਖੁਸ਼ਕ ਜਿਹੜੇ ਨਾਸਤਿਕ ਹਨ, ਮਨਮੁਖ, ਉਹਨਾਂ ਦੇ ਵਿੱਚ ਵੀ ਉਹਦਾ ਹੀ ਵਾਸਾ ਹੈ। ਜਿਹੜੇ ਕਹਿੰਦੇ ਅਸੀਂ ਨਹੀਂ ਰੱਬ ਨੂੰ ਮੰਨਦੇ, ਰੱਬ ਕਰਕੇ ਹੀ ਪੈਦਾ ਹੋਏ ਆ, ਰੱਬ ਕਰਕੇ ਹੀ ਜਿਉਂਦੇ ਆ, ਰੱਬ ਕਰਕੇ ਹੀ ਤੁਰੇ ਫਿਰਦੇ ਆ, ਪਰ ਫਿਰ ਵੀ ਕਹਿੰਦੇ ਅਸੀਂ ਨਹੀਂ ਰੱਬ ਨੂੰ ਮੰਨਦੇ। ਉਹਨਾਂ ਥਲ ਦੀ ਨਹੀਂ ਖੁਸ਼ਕ ਬਿਰਤੀ ਵਾਲਿਆਂ ਦੇ ਵਿੱਚ ਵੀ ਉਹ ਵਾਹਿਗੁਰੂ ਵਸਿਆ ਹੋਇਆ ਹੈ। ਮਹੀ ਨਾਮ ਧਰਤੀ ਦਾ, ਧਰਤੀ ਪੈਰਾਂ ਹੇਠ ਹੈ, ਨੀਵੀਂ ਹੈ। ਇਸੇ ਤਰ੍ਹਾਂ ਜਿਹੜੇ ਨਿਮਰਤਾ ਵਾਲੇ ਨੀਵੇਂ ਬਣੇ ਉਹਨਾਂ ਦੇ ਵਿੱਚ ਵੀ ਉਹ ਵਾਹਿਗੁਰੂ ਹੈ। ਅਲ ਆਕਾਸ਼ ਉੱਚਾ ਹੈ, ਤਾਂ ਆਕਾਸ਼ ਦੀ ਨਿਆਈ ਉੱਚਿਆਂ ਦੇ ਵਿੱਚ ਵੀ ਹੈ, ਨੀਵਿਆਂ ਦੇ ਵਿੱਚ ਵੀ ਹੈ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਘਟਾ ਘਟਾਂ ਵਿੱਚ ਵਿਆਪਕ, ਸਾਰਿਆਂ ਦੇ ਵਿੱਚ ਪੂਰ ਰਹਿਆ, ਵਿਆਪਕ ਹੋ ਰਿਹਾ। ਮਹਾਰਾਜ ਕਹਿੰਦੇ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਆਗੁਨ ਆਸਨ ਜਗਦੀਸ਼ਵਰ ਹੈ। ਉਹ ਸਰਬੱਤਰ ਰਮਣੰ ਹੈ, ਸਰਬੱਤਰ ਵਿਆਪਕ ਹੈ। ਜਾਪ ਸਾਹਿਬ ਦਾ ਇੱਕ ਛੰਦ ਹੈ ਪੂਰਾ, ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਐਸਾ ਬਚਨ ਕਥਨ ਕੀਤਾ ਕਿ ਸਰਬੱਤਰ ਦੇਸਾ ਹੈ, ਕਿ ਸਰਬੱਤਰ ਭੇਸਾ ਹੈ, ਕਿ ਸਰਬੱਤਰ ਰਾਜਾ ਹੈ, ਕਿ ਸਰਬੱਤਰ ਸਾਜਾ ਹੈ, ਕਿ ਸਰਬੱਤਰ ਦੀਨਾ ਹੈ, ਕਿ ਸਰਬੱਤਰ ਲੀਨਾ ਹੈ, ਕਿ ਸਰਬੱਤਰ ਜਾਹੋ, ਕਿ ਸਰਬੱਤਰ ਭਾਵੋ। ਮਹਾਰਾਜ ਕਹਿੰਦੇ ਸਾਰੀਆਂ ਜਗ੍ਹਾ ਤੇ, ਸਾਰਿਆਂ ਦੇਸ਼ਾਂ ਵਿੱਚ, ਸਾਰੀਆਂ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਤ੍ਰਿਭਵਨ ਮਹੀਰ, ਤਿੰਨਾਂ ਭਵਨਾਂ ਦਾ ਮਾਲਕ।
ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਤਿੰਨ ਭਵਨਾਂ ਦੀ ਗੱਲ ਵੀ ਕੀਤੀ, ਤਿੰਨਾਂ ਲੋਕਾਂ ਦੀ ਗੱਲ ਵੀ ਕੀਤੀ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤੇ ਉੱਥੇ 14 ਲੋਕਾਂ ਦੀ ਵੀ ਗੱਲ ਕੀਤੀ ਹੈ। ਲੋਕ 14 ਕੇ ਵਿਖੇ ਜਗ ਜਾਪ ਹੀ ਜਿਹ ਜਾਪ, 14 ਲੋਕਾਂ ਦੀ ਵੀ ਗੱਲ ਕੀਤੀ ਹੈ। ਤੇ ਉੱਥੇ ਲੱਖਾਂ ਲੋਕਾਂ ਦੀ ਵੀ ਗੱਲ ਕੀਤੀ ਹੈ। ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿ ਨਿਖ ਬਾਤ। ਕਿਉਂਕਿ ਇੱਕ ਲੋਕ ਵੀ ਆ, ਦੋ ਲੋਕ ਵੀ ਆ, ਤਿੰਨ ਲੋਕ ਵੀ ਆ, 14 ਲੋਕ ਵੀ ਆ, ਤੇ ਲੱਖਾਂ ਲੋਕ ਵੀ ਆ। ਸਾਰੀ ਰਚਨਾ ਹੈ। ਕਈ ਵਾਰੀ ਐਸਾ ਵੀ ਮਨ 'ਚ ਖਿਆਲ ਆ ਸਕਦਾ ਨਾ ਵੀ ਆ ਕਿਸੇ ਥਾਂ ਤੇ ਤਾਂ ਇੱਕ ਲੋਕ ਦੀ ਗੱਲ ਹੋਈ, ਕਿਤੇ ਦੋਵਾਂ ਲੋਕਾਂ ਦੀ ਗੱਲ ਹੋਈ ਹੈ, ਕਿਤੇ ਤ੍ਰਿਭਵਨ ਮਹੀਪ ਆਖਿਆ, ਤੇ ਕਿਤੇ 7 ਪਤਾਲਾਂ ਤੇ 7 ਆਕਾਸ਼ਾਂ ਦਾ ਜ਼ਿਕਰ ਆਉਂਦਾ ਹੈ। ਕਿਤੇ ਮਹਾਰਾਜ ਦੋਵਾਂ ਲੋਕਾਂ ਦਾ ਹੀ ਜ਼ਿਕਰ ਕਰਦੇ ਆ ਬਾਣੀ ਦੇ ਵਿੱਚ। ਸਤਿਗੁਰੂ ਕਹਿੰਦੇ ਹਲਤ ਸੁਖ ਪਲਤ ਸੁਖ, ਲੋਕ ਵਿੱਚ ਵੀ ਸੁਖ ਤੇ ਪਰਲੋਕ ਵਿੱਚ ਵੀ ਭਾਈ ਤੈਨੂੰ ਸੁਖ ਮਿਲੇਗਾ ਜੇ ਸਿਮਰਨ ਨਾਲ ਜੁੜੇਗਾ। ਉੱਥੇ ਦੋਵਾਂ ਦਾ ਹੀ ਕੀਤਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਉੱਥੇ ਦੋਵਾਂ ਲੋਕਾਂ ਦਾ ਜ਼ਿਕਰ ਕਰਦੇ। ਤੇ ਕਿਤੇ ਕਿਤੇ ਫਿਰ ਮਹਾਰਾਜ ਕਹਿੰਦੇ ਆ ਵੀ ਤ੍ਰਿਭਵਨ ਮਹੀਪ, ਉਹ ਤਿੰਨਾਂ ਲੋਕਾਂ ਦਾ ਮਹੀਪ ਮਾਲਕ ਰਾਜਾ ਹੈ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤਾਂ ਕਿਤੇ ਮਹਾਰਾਜ ਸਾਹਿਬ 14 ਲੋਕਾਂ ਦਾ ਵੀ ਜ਼ਿਕਰ ਕਰਦੇ ਆ, ਤੇ ਕਿਤੇ ਫਿਰ ਗਰੀਬ ਨਵਾਜ ਕਹਿੰਦੇ ਆ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਲੱਖਾਂ ਪਤਾਲ ਵੀ ਆ ਪਤਾਲਾਂ ਦੇ ਹੇਠਾਂ, ਤੇ ਲੱਖਾਂ ਹੀ ਆਕਾਸ਼ ਹੈ ਆਕਾਸ਼ਾਂ ਦੇ ਉੱਪਰ। ਕਿਤੇ ਲੱਖਾਂ, ਲੱਖਾਂ ਵੀ 1 ਲੱਖ ਨਹੀਂ ਆਖਿਆ, ਬਹੁ ਵਚਨ, ਅਨੇਕਾਂ ਲੱਖਾਂ ਹੀ। ਤੇ ਕਿਤੇ ਲੱਖਾਂ ਤੋਂ ਅੱਗੇ ਮਹਾਰਾਜ ਕਹਿੰਦੇ ਕਰੋੜਾਂ ਹੀ। ਉਸਤਤ ਕਰਹਿ ਅਨੇਕ ਜਾਣੇ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ। ਤੇ ਫਿਰ ਮਹਾਰਾਜ ਕਹਿੰਦੇ ਕਿ ਕਈ ਕੋਟ, ਕਈ ਕਰੋੜਾਂ ਤਰ੍ਹਾਂ ਦੀ ਇਹ ਰਚਨਾ ਹੈ। 10ਵੀਂ ਅਸ਼ਟਪਦੀ 'ਚ ਕਈ ਕੋਟ ਹੀ ਅੱਖਰ ਵਾਰ-ਵਾਰ ਵਰਤਿਆ। ਤਾਂ ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਕਿਤੇ ਅਰਬਾਂ ਖਰਬਾਂ ਦਾ ਜ਼ਿਕਰ ਕਰਦੇ, ਭਾਵ ਕੋਈ ਗਿਣਤੀ ਨਹੀਂ ਹੈ। ਪਰ ਇੱਕ ਲੋਕ ਤੋਂ ਹੀ ਗੱਲ ਤਾਂ ਸ਼ੁਰੂ ਹੁੰਦੀ ਹੈ ਨਾ। ਜਿੱਥੇ ਅਸੀਂ ਬੈਠੇ ਆ, ਸਾਡੀਆਂ ਅੱਖਾਂ ਦੇ ਸਾਹਮਣੇ ਆ ਇੱਕ ਲੋਕ ਆ, ਤੇ ਮਹਾਰਾਜ ਸਾਹਿਬ ਜੀ ਨੇ ਦੂਜੇ ਤੀਜੇ ਦਾ ਵੀ ਜ਼ਿਕਰ ਕੀਤਾ, ਚੌਥੇ ਦਾ ਵੀ ਕੀਤਾ, ਲੱਖਾਂ ਦਾ ਵੀ ਕੀਤਾ, ਕਰੋੜਾਂ ਦਾ ਵੀ ਕੀਤਾ। ਹੈ ਸਾਰੀ ਰਚਨਾ। ਜਿਵੇਂ ਅਸੀਂ ਸਾਹਮਣੇ ਵੇਖਦੇ ਆ, ਕਿਸੇ ਨੇ 1 ਮੰਜ਼ਲੀ ਮਕਾਨ ਪਾਇਆ ਹੋਇਆ, ਕਿਸੇ ਨੇ 2 ਮੰਜ਼ਲੀ ਵੀ ਪਾਈ ਹੋਈ ਕੋਠੀ। ਤੇ ਆ ਵੱਡੇ ਸ਼ਹਿਰਾਂ 'ਚ ਚਲੇ ਜਾਈਏ ਤੇ 17 ਮੰਜ਼ਲੀਆਂ ਵੀ ਹੈਗੀਆਂ। ਮੁਹਾਲੀ, ਚੰਡੀਗੜ੍ਹ ਦੇ ਵਿੱਚ, ਹੋਰ ਥਾਵਾਂ ਦੇ ਉੱਤੇ 17 ਮੰਜ਼ਲੀਆਂ ਵੀ ਲੋਕਾਂ ਨੇ ਪਾਈਆਂ। ਸਰਕਾਰ ਦੀ ਤੌਰ ਤੋਂ ਉਹ ਬਣੇ ਹੋਏ ਵੱਡੇ ਵੱਡੇ ਮਕਾਨ। ਤੋ ਇਹ ਸਾਰੀ ਰਚਨਾ ਹੈ। ਤਾਂ ਸਾਰੀ ਰਚਨਾ ਦੇ ਵਿੱਚ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਵਿਆਪਕ ਹੋ ਰਿਹਾ ਸਾਰਿਆਂ ਦੇਸ਼ਾਂ ਦੇ ਵਿੱਚ, ਸਾਰਿਆਂ ਭੇਸਾਂ ਦੇ ਵਿੱਚ, ਸਾਰਿਆਂ ਥਾਵਾਂ ਦੇ ਉੱਤੇ। ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਬ੍ਰਿਸ਼ਸ ਤੂੰ ਹੀ, ਪਤਸ ਤੂੰ ਹੀ, ਅਰਦਸ ਤੂੰ ਹੀ, ਉਰਦਸ ਤੂੰ ਹੀ। ਦਰਖਤਾਂ ਵਿੱਚ ਵੀ ਅਤੇ ਪੱਤਿਆਂ ਵਿੱਚ ਵੀ ਵਿਆਪਕ ਆ, ਜਲ ਵਿੱਚ ਵੀ ਅਤੇ ਥਲ ਵਿੱਚ ਵੀ। ਹਮਾਰੇ ਕਹਿੰਦੇ ਪਰਮੇਸ਼ਰ ਦੇ ਪਿਆਰੇ ਉਸ ਨੂੰ ਸਰਬੱਤਰ ਵਿਆਪਕ ਜਾਣ ਕਰਕੇ ਉਹਦਾ ਸਿਮਰਨ ਕਰਦੇ। ਸਿਮਰੰਤ ਸੰਤ ਸਰਬੱਤਰ ਰਮਣੰ, ਰਮਣੰ ਨਾਮ ਵਿਆਪਕ ਦਾ, ਸਰਬੱਤਰ ਸਾਰੇ ਥਾਵਾਂ ਤੇ ਜੋ ਵਿਆਪਕ ਹੋ ਰਿਹਾ। ਨਾਨਕ ਅਗ ਨਾਸਨ ਜਗਦੀਸ਼ਰ ਹੈ, ਜੋ ਪਾਪਾਂ ਨੂੰ ਨਾਸ ਕਰਨ ਵਾਲਾ ਜਗਤ ਦਾ ਈਸ਼ਵਰ ਹੈ। ਵੇਖਣ ਸੁਣਨ ਸੁਣਾਵਨ, ਜਿਸ ਨੇ ਸਾਨੂੰ ਵੇਖਣ ਦੀ ਸ਼ਕਤੀ ਦਿੱਤੀ ਹੈ, ਉਹਨੇ ਸ਼ਕਤੀ ਦਿੱਤੀ, ਸਾਨੂੰ ਅੱਖਾਂ ਦਿੱਤੀਆਂ ਤੇ ਅਸੀਂ ਵੇਖ ਰਹੇ ਹਾਂ, ਜੀਵ ਵੇਖ ਰਿਹਾ। ਉਹਨੇ ਕੰਨ ਦਿੱਤੇ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਪਾਈ, ਕੰਨਾਂ ਰਾਹੀਂ ਸੁਣ ਰਹੇ ਹਾਂ। ਉਹਨੇ ਜੀਭ ਦਿੱਤੀ, ਰਸਨਾ ਦਿੱਤੀ ਅਤੇ ਇਹਦੇ ਵਿੱਚ ਸ਼ਕਤੀ ਪਾਈ ਬੋਲਣ ਦੀ, ਤੇ ਅਸੀਂ ਬੋਲ ਰਹੇ ਹਾਂ। ਮਹਾਰਾਜ ਕਹਿੰਦੇ ਜੋ ਐਸਾ ਹੈ ਉਹਨੂੰ ਮਨ ਵਿੱਚ ਦ੍ਰਿੜ ਕਰ, ਉਸ ਦਾ ਸਿਮਰਨ ਭਜਨ ਕਰਿਆ ਕਰ, ਜਿਸ ਨੇ ਤੈਨੂੰ ਵੇਖਣ ਸੁਣਨ ਤੇ ਸੁਣਾਉਣ ਦੀ ਸ਼ਕਤੀ ਦਿੱਤੀ ਹੈ। ਵੇਖਣ ਸੁਣਨ ਸੁਣਾਵਨ ਮਨ ਮਹਿ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਚ। ਉਸ ਹਰੀ ਦੇ ਰੰਗ ਵਿੱਚ, ਪ੍ਰੇਮ ਵਿੱਚ ਰਚਨਾ ਕਰ। ਅਥਵਾ ਪੇਖਣ ਸੁਣਨ ਸੁਣਾਵਨ, ਜਿਹੜਾ ਪੇਖਣ ਵੇਖ ਵੀ ਰਿਹਾ ਸਾਰਿਆਂ, ਸੁਣਨ ਸੁਣ ਵੀ ਰਿਹਾ ਸਾਰਿਆਂ,
ਸੁਨਾਵਣੋ ਸੁਣਾ ਵੀ ਰਿਹਾ ਆਪਣਾ ਉਪਦੇਸ਼ ਗੁਰੂ ਦੇ ਰਾਹੀਂ ਸਾਰਿਆਂ ਨੂੰ। ਐਸਾ ਜੋ ਪਰਮੇਸ਼ਰ ਹੈ ਉਹ ਕੱਲੇ ਕੱਲੇ ਨੂੰ ਅੰਦਰੋਂ ਬਾਹਰੋਂ ਵੇਖ ਰਿਹਾ ਵਾ, ਕੱਲੇ ਕੱਲੇ ਨੂੰ ਸੁਣ ਰਿਹਾ ਵਾ, ਤੇ ਹਰ ਇੱਕ ਨੂੰ ਆਪਣਾ ਉਹ ਧੁਰ ਕੀ ਬਾਣੀ ਸੁਣਾ ਵੀ ਰਿਹਾ ਹੈ, ਆਪਣੀ ਸਿੱਖਿਆ ਸੁਣਾ ਵੀ ਰਿਹਾ। ਐਸਾ ਉਹ ਪਰਮੇਸ਼ਰ ਮਾਰੇ ਕਹਿੰਦੇ ਉਹਦੇ ਪ੍ਰੇਮ ਦੇ ਵਿੱਚ ਰਚਨਾ ਕਰ। ਪੌੜੀ ਹਰ ਏਕ ਨਿਰੰਜਨ ਗਾਈਐ, ਉਹ ਹਰੀ ਇੱਕ ਨਿਰੰਜਨ ਮਾਇਆ ਮੈਲ ਤੋਂ ਰਹਿਤਾ ਤੇ ਉਹਨੂੰ ਗਾਉਣਾ ਕਰੀਏ। ਸਾਬੇ ਅੰਤਰ ਸੋਈ, ਉਹ ਸਾਰਿਆਂ ਦੇ ਅੰਤਰ ਵਸਿਆ ਹੋਇਆ। ਮਾਰੇ ਕਹਿੰਦੇ ਸਾਰਿਆਂ ਦੇ ਅੰਦਰ ਬੈਠਾ। ਬਾਣੀ ਰਾਹੀਂ ਇਹੀ ਉਪਦੇਸ਼ ਗਰੀਬ ਨਵਾਜ ਦੇ ਰਹੇ ਵੀ ਜਿੱਥੇ ਉਹ ਸਰਬ ਵਿਆਪਕ ਆ ਤੇ ਸਰਬ ਵਿਆਪਕ ਦੇ ਵਿੱਚ ਬੰਦਿਆ ਤੂੰ ਵੀ ਆਉਣਾ ਵਾ, ਤੇਰੇ ਵਿੱਚ ਵੀ ਉਹ, ਤੂੰ ਵੀ ਉਸ ਵਿਆਪਕਤਾ ਦੇ ਵਿੱਚ ਹੀ ਆ। ਉਸੇ ਬ੍ਰਹਿਮੰਡ ਦਾ ਇੱਕ ਹਿੱਸਾ ਨਿੱਕਾ ਜਿਹਾ ਤੂੰ ਵੀ ਹੈ, ਉਸੇ ਰਚਨਾ ਦਾ ਇੱਕ ਨਿੱਕਾ ਜਿਹਾ ਹਿੱਸਾ ਤੂੰ ਵੀ ਹੈ। ਤੇ ਜਿੱਥੇ ਉਹ ਘਟ ਘਟ ਵਿੱਚ ਵਿਆਪਕ ਹੈ, ਸਾਰੀ ਥਾਵਾਂ ਤੇ ਵਿਆਪਕ ਹੈ, ਤੇਰੇ ਅੰਦਰ ਵੀ ਉਹੀ ਜੋਤ ਹੈ। ਤੇ ਉਹਨੂੰ ਵੇਖ, ਉਹਦੇ ਨਾਲ ਜੁੜ। ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਜੋ ਉਹ ਕਰਦਾ ਉਹੀ ਕੁਝ ਹੁੰਦਾ। ਤੇ ਕਰਦਾ ਕੀ ਹੈ? ਮਾਰੇ ਕਹਿੰਦੇ ਖਿਨ ਮਹਿ ਥਾਪ, ਉਹ ਥਾਪ ਦਾ ਇੱਕ ਖਿਨ ਵਿੱਚ ਹੀ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ, ਤੇ ਇੱਕ ਖਿਨ ਦੇ ਵਿੱਚ ਹੀ ਅੱਖ ਝਮਕਣ ਜਿੰਨੇ ਵਿੱਚ ਸਮੇਂ ਵਿੱਚ ਹੀ ਥਾਪੀ ਹੋਈ ਨੂੰ ਉਥਾਪ ਵੀ ਦਿੰਦਾ, ਪੁੱਟ ਵੀ ਦਿੰਦਾ, ਨਾਸ ਵੀ ਕਰ ਦਿੰਦਾ। ਖਿਨ ਮਹਿ ਥਾਪ, ਉਹ ਥਾਪ ਦਾ ਇਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਖੰਡਾਂ ਬ੍ਰਹਿਮੰਡਾਂ ਪਤਾਲਾਂ ਦੀਪਾਂ ਟਾਪੂਆਂ ਵਿੱਚ ਤੇ ਸਾਰੀ ਲੁਕਾਈ ਦੇ ਵਿੱਚ ਉਹ ਵਿਆਪਕ ਹੋ ਰਿਹਾ। ਤੇ ਫਿਰ ਉਹਦੀ ਵਿਆਪਕਤਾ ਨੂੰ ਸਮਝਦਾ ਕੌਣ ਹੈ, ਬੁੱਝਦਾ ਕੌਣ ਹੈ? ਜੋ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਸਾਰੀ ਲੁਕਾਈ ਵਿੱਚ ਵਿਆਪਕ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁੱਝ ਸੇ, ਨਿਰਮਲ ਜਨ ਸੋਈ। ਜਿਸ ਨੂੰ ਆਪ ਆਪਣਾ ਆਪਾ ਬੁਝਾਉਂਦਾ ਹੈ, ਸਮਝਾਉਂਦਾ ਹੈ, ਉਹੀ ਬੁੱਝਦਾ ਹੈ, ਫਿਰ ਉਹ ਪਵਿੱਤਰ ਹੋ ਜਾਂਦਾ ਹੈ। ਉਹਦੀ ਮੈਲ ਕੱਟੀ ਜਾਂਦੀ ਹੈ, ਉਹਦੇ ਵਿਕਾਰ ਕੱਟੇ ਜਾਂਦੇ ਹਨ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਲ ਥਲ ਮਹੀਲ ਪੂਰ ਰਹਿਆ। ਉਹ ਜਲਾਂ ਥਲਾਂ ਵਿੱਚ ਧਰਤੀ ਆਕਾਸ਼ ਵਿੱਚ ਵਿਆਪਕ ਹੋ ਰਿਹਾ ਹੈ ਪਰਮੇਸ਼ਰ ਵਾਹਿਗੁਰੂ। ਇੱਕ ਨਿਮਖ ਮਨਹੁ ਨਾ ਵਿਸਰੈ। ਇੱਕ ਨਿਮਖ ਮਾਤਰ ਵੀ ਉਹ ਸਾਡੇ ਮਨ ਵਿੱਚੋਂ ਵਿਸਰਨਾ ਨਹੀਂ ਚਾਹੀਦਾ। ਜਿਹੜਾ ਸਰਬ ਵਿਆਪਕ ਹੈ, ਨਿਮਖ ਨਾਮ ਹੈ ਅੱਖ ਝਮਕਣ ਜਿੰਨੇ ਸਮੇਂ ਦਾ, ਥੋੜੇ ਜਿਹੇ ਸਮੇਂ ਦਾ ਅੱਖ ਝਮਕਣ ਜਿੰਨਾ ਸਮਾਂ ਵੀ ਉਹ ਸਾਡੇ ਮਨ ਵਿੱਚੋਂ ਨਾ ਵਿਸਰੇ, ਨਾ ਭੁੱਲੇ। ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜੋ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਸਾਰੇ ਥਾਵਾਂ ਤੇ ਵਿਆਪਕ ਹੋਇਆ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚਾ ਕਾ ਵਿੱਚ ਵਾਸ। ਇਹ ਕੋਠੜੀ ਰਚ ਕਰਕੇ ਸੰਸਾਰ ਦੀ ਇਹਦੇ ਵਿੱਚ ਬੈਠਾ ਹੋਇਆ ਹੈ ਪਰਮੇਸ਼ਰ। ਮਹਾਰਾਜ ਕਹਿੰਦੇ ਵੀ ਉਹ ਗਵਾਚਾ ਨਹੀਂ ਹੈ, ਭੁੱਲਿਆ ਹੋਇਆ ਹੈ ਤਾਂ ਸਾਰਿਆਂ ਥਾਵਾਂ ਤੇ, ਪਰ ਇਨਸਾਨ ਦੀ ਸੁਰਤ ਦੇ ਵਿੱਚੋਂ ਭੁੱਲ ਗਿਆ, ਵਿਸਰ ਗਿਆ। ਇਸ ਕਰਕੇ ਵਾਰ-ਵਾਰ ਗੁਰੂ ਸਾਹਿਬ ਜੀ ਨੇ ਆਖਿਆ ਉਸ ਦਾ ਸਿਮਰਨ ਕਰ, ਉਸ ਨੂੰ ਚੇਤੇ ਕਰ, ਉਸ ਦੀ ਯਾਦ ਵਿੱਚ ਜੋੜ। ਕਿਉਂਕਿ ਜਿਹੜਾ ਯਾਦ ਵਿੱਚੋਂ ਭੁੱਲ ਜਾਵੇ ਤੇ ਫਿਰ ਭਾਵੇਂ ਨੇੜੇ ਵੀ ਕਿਉਂ ਨਾ ਹੋਵੇ, ਉਹ ਚੇਤੇ ਨਹੀਂ ਆਉਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਤਾਂ ਉਹ ਤੇਰੇ ਨੇੜੇ ਕਿ ਜਾਹਰ ਜ਼ਹੂਰ ਹੈ, ਕਿ ਹਾਜ਼ਰ ਹਜੂਰ ਹੈ, ਪਰ ਤੂੰ ਭੁੱਲਿਆ ਬੈਠਾ ਹੈ। ਤਾਂ ਗਰੀਬ ਨਵਾਜ ਕਹਿੰਦੇ ਇੱਕ ਨਿਮਖ ਮਨਹੁ ਨਾ ਵਿਸਰੈ। ਇੱਕ ਅੱਖ ਝਮਕਣ ਜਿੰਨਾ ਸਮਾਂ, ਨਿਮਖ ਮਾਤਰ ਸਮਾਂ ਵੀ ਉਹ ਮਨ ਵਿੱਚੋਂ ਭੁੱਲਣਾ ਨਹੀਂ ਚਾਹੀਦਾ। ਗੁਰ ਚਰਨ ਲਾਗੇ ਦਿਨ ਸੁਭਾਗੇ। ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗੇ ਨਾ, ਉਹਨਾਂ ਨੂੰ ਚੇਤੇ ਆ ਗਿਆ। ਗੁਰੂ ਕੀ ਸੰਗਤ ਇਸੇ ਕਰਕੇ ਕਰੀਦੀ ਆ ਕਿ ਵਾਹਿਗੁਰੂ ਭੁੱਲਿਆ ਹੋਇਆ ਚੇਤੇ ਆ ਜਾਂਦਾ। ਗੁਰੂ ਸਾਹਿਬ ਚੇਤੇ ਕਰਾਉਂਦੇ। ਗੁਰ ਚਰਨ ਲਾਗੇ ਦਿਨ ਸੁਭਾਗੇ। ਉਹਨਾਂ ਦੇ ਦਿਨ ਸ੍ਰੇਸ਼ਟ ਭਾਗਾਂ ਵਾਲੇ ਹੋ ਗਏ। ਸੁਭਾਵਕ ਹੀ ਇਹ ਜਿਹੜਾ ਸੱਸਾ ਹੈ ਨਾ, ਜੇ ਨਖੇੜ ਕੇ ਨਾ ਬੋਲੀਏ ਤੇ ਦਿਨ ਦੇ ਨਾਲ ਲੱਗ ਜਾਂਦਾ, ਬਣ ਜਾਂਦਾ ਦਿਨਸ।
ਭਾਗੇ ਬਣ ਜਾਂਦਾ। ਪਰ ਦਿਨ ਨੂੰ ਨਖੇੜ ਕੇ ਬੋਲਣਾ ਚਾਹੀਦਾ ਹੈ, ਦਿਨ ਸੁਭਾਗੇ। ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਜਿਵੇਂ ਇੱਕ ਪੌੜੀ ਆਉਂਦੀ ਹੈ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉੱਥੇ ਵੀ ਜੇ ਘਰ ਨੂੰ ਨਖੇੜ ਕੇ ਵੱਖਰਾ ਕਰਕੇ ਨਾ ਬੋਲੀਏ ਤੇ ਬਣ ਜਾਂਦਾ ਘਰ ਸੁਭਾਗੈ, ਉਹ ਘਰ ਸ ਬਣ ਜਾਂਦਾ। ਪਰ ਉਹਨੂੰ ਨਖੇੜ ਕੇ ਹੀ ਬੋਲਣਾ ਚਾਹੀਦਾ ਹੈ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਇਸੇ ਤਰ੍ਹਾਂ ਇੱਥੇ ਗੁਰ ਚਰਨ ਲਾਗੇ ਦਿਨ ਸੁਭਾਗੇ। ਮਹਾਰਾਜ ਕਹਿੰਦੇ ਉਹਨਾਂ ਦੇ ਦਿਨ ਸ੍ਰੇਸ਼ਟ ਭਾਗਾਂ ਵਾਲੇ ਹੋ ਗਏ, ਸ੍ਰੇਸ਼ਟ ਦਿਨ ਹੋ ਗਏ, ਗਿਆਨ ਵਾਲੇ ਦਿਨ ਹੋ ਗਏ ਉਹਨਾਂ ਗੁਰਮੁਖਾਂ ਦੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਗਏ, ਚਰਨਾਂ ਨਾਲ ਜੁੜ ਗਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਸਰਬ ਗੁਣ ਜਗਦੀਸ਼ਵਰੈ। ਜਗਤ ਦੇ ਈਸ਼ਵਰ ਨੇ ਉਹਨਾਂ ਨੂੰ ਸਰਬ ਗੁਣ ਸੰਪੰਨ ਕਰ ਦਿੱਤਾ। ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਗਏ ਨਾ, ਚਰਨਾਂ ਨਾਲ ਜੁੜ ਗਏ, ਉਹਨਾਂ ਨੂੰ ਸਰਬ ਗੁਣ, ਸਾਰੇ ਗੁਣ ਦੇ ਦਿੱਤੇ ਮਹਾਰਾਜ ਸਾਹਿਬ ਜੀ। ਉਹਨਾਂ ਨੂੰ ਖਿਮਾ ਦੀ ਦਾਤ ਬਖਸ਼ ਦਿੱਤੀ, ਉਹਨਾਂ ਨੂੰ ਅਹਿੰਸਾ ਦਾ ਗੁਣ ਦੇ ਦਿੱਤਾ। ਇਹ ਵੀ ਧਰਮ ਦੇ ਵਿੱਚ ਇੱਕ ਗੁਣ ਹੈ। ਧਰਮੀ ਜਿਹੜਾ ਵਾ ਉਹ ਦਿਆਲੂ ਹੁੰਦਾ ਹੈ। ਧਰਮੀ ਬੰਦੇ ਦੇ ਅੰਦਰ ਦਇਆ ਹੁੰਦੀ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਕਹਿੰਦੇ ਧਰਮ ਦੇ 10 ਗੁਣ ਵਾ, ਧਰਮ ਦੀਆਂ 10 ਨਿਸ਼ਾਨੀਆਂ ਵਾ। ਧਰਮੀ ਬੰਦੇ ਦੇ ਵਿੱਚ ਇਹ 10 ਗੁਣ ਹੋਣਗੇ। ਉਹ ਸ਼ਾਸਤਰਕਾਰ ਸਾਧੂ ਗੁਰਮੁਖ ਪਿਆਰਾ ਕਹਿੰਦਾ ਵੀ ਖਿਮਾ ਦਾ ਗੁਣ ਹੋਊਗਾ ਧਰਮੀ ਮਨੁੱਖ ਦੇ ਵਿੱਚ। ਖਿਮਾ ਕਰਨਾ ਵੀ ਤੇ ਖਿਮਾ ਮੰਗਣੀ ਵੀ। ਜੇ ਆਪਣੇ ਤੋਂ ਗਲਤੀ ਹੋਈ ਆ ਤੇ ਆਪ ਹੱਥ ਜੋੜ ਕਰਕੇ ਖਿਮਾ ਮੰਗ ਲੈਣੀ ਆਪਣੇ ਤੋਂ, ਜਿੱਥੇ ਵੀ ਗਲਤੀ ਹੁੰਦੀ ਹੈ। ਤੇ ਜੇ ਦੂਜੇ ਤੋਂ ਗਲਤੀ ਹੁੰਦੀ ਹੈ ਤੇ ਉਹਨੂੰ ਖਿਮਾ ਦੇ ਦੇਣੀ, ਉਹਨੂੰ ਮਾਫੀ ਦੇ ਦੇਣੀ। ਜਿਹੜਾ ਆਪਦੇ ਅੱਗੇ ਕੰਮ ਕਰਦਾ ਹੈ, ਕੋਈ ਆਪਣਾ ਸਾਥੀ ਹੈ, ਆਪਣੇ ਤੋਂ ਅੱਗੇ ਹੈ, ਜਾਂ ਕੋਈ ਨੌਕਰ ਚਾਕਰ ਹੈ, ਗਲਤੀ ਤਾਂ ਹਰੇਕ ਬੰਦੇ ਤੋਂ ਹੁੰਦੀ ਹੈ, ਭੁੱਲ ਤਾਂ ਹਰੇਕ ਤੋਂ ਹੁੰਦੀ ਹੈ। ਬਚਪਨ ਵਿੱਚ ਵੀ ਹੁੰਦੀਆਂ, ਜਵਾਨੀ 'ਚ ਵੀ ਗਲਤੀਆਂ ਹੁੰਦੀਆਂ, ਬਿਰਧ ਅਵਸਥਾ ਵਿੱਚ ਵੀ ਹੁੰਦੀਆਂ। ਬੰਦਾ ਤੇ ਹੈ ਹੀ ਭੁੱਲਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਜੇ ਕੋਈ ਗਲਤੀ ਨਹੀਂ ਨਾ ਕਰਦਾ, ਜੇ ਕਿਸੇ ਤੋਂ ਭੁੱਲ ਨਹੀਂ ਨਾ ਹੁੰਦੀ, ਉਹ ਗੁਰੂ ਅਤੇ ਪਰਮੇਸ਼ਰ ਆ। ਗੁਰੂ ਪਰਮੇਸ਼ਰ ਤੋਂ ਗਲਤੀ ਨਹੀਂ ਹੁੰਦੀ, ਬਾਕੀ ਸਾਰੇ ਗਲਤੀਆਂ ਦੇ ਪੁਤਲੇ ਹੀ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪਣਾ ਭੁੱਲੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਰਤਾਰ ਅਭੁੱਲਾ, ਬਾਕੀ ਭੁੱਲਣ ਅੰਦਰ ਸਭ ਕੋ। ਇਸ ਕਰਕੇ ਜਿੱਥੇ ਕੋਈ ਭੁੱਲ ਹੁੰਦੀ ਹੈ, ਗਲਤੀ ਹੁੰਦੀ ਹੈ, ਤੇ ਉੱਥੇ ਖਿਮਾ ਮੰਗ ਲੈਣੀ ਕਿ ਮੇਰੇ ਤੋਂ ਇਹ ਗਲਤੀ ਹੋ ਗਈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਖਿਮਾ ਜਿਨ੍ਹਾਂ ਨੇ ਨਹੀਂ ਮੰਗੀ ਜਾਂ ਖਿਮਾ ਜਿਨ੍ਹਾਂ ਨੇ ਨਹੀਂ ਕੀਤੀ, ਉਹ ਖਿਮਾ ਤੋਂ ਵੀ ਹੀਣੇ ਲੋਕ, ਉਹ ਗਿਣਤੀ ਤੋਂ ਪਰੇ ਅਸੰਖਾਂ ਲੋਕ ਜਿਹੜੇ ਆਪਸ ਵਿੱਚ ਲੜ ਕੇ, ਮਰ ਕੇ, ਖਪ ਗਏ, ਸਮਾਪਤ ਹੋ ਗਏ। ਖਿਮਾ ਵੀ ਹੋਣੇ ਖਪ ਗਏ, ਖੂਹਣ ਲੱਖ ਅਸੰਖ। ਲੱਖਾਂ ਖੂਹਣੀਆਂ ਫੌਜ ਜਿਹੜੀ ਸੀ, ਉਹ ਜੰਗ ਕਰ ਕਰਕੇ ਆਪਸ ਵਿੱਚ ਲੜ ਕੇ ਮਰ ਗਏ। ਹੁਣ ਕੱਲੀ ਇਹ ਫੌਜਾਂ ਦੀ ਗੱਲ ਨਹੀਂ ਹੈ, ਇਹ ਆਪਸ ਵਿੱਚ ਘਰ ਵਿੱਚ ਵੀ ਗੱਲ ਹੋ ਸਕਦੀ, ਇਹ ਸੱਜਣਾ ਮਿੱਤਰਾਂ 'ਚ ਵੀ ਹੋ ਸਕਦੀ ਹੈ, ਇਹ ਸਵਾਮੀ ਨੌਕਰ ਦੇ ਵਿੱਚ ਵੀ ਹੋ ਸਕਦੀ ਹੈ, ਇਹ ਹਰ ਇੱਕ ਪੱਖ ਵਿੱਚ ਗੱਲ ਹੋ ਸਕਦੀ ਹੈ। ਤਾਂ ਜਿੱਥੇ ਗਲਤੀ ਉੱਥੇ ਖਿਮਾ ਮੰਗਣੀ। ਖਿਮਾ ਵੀ ਇੱਕ ਧਰਮੀ ਮਨੁੱਖ ਦੀ ਨਿਸ਼ਾਨੀ ਹੈ। ਖਿਮਾ ਕਰ ਦੇਣੀ ਤੇ ਖਿਮਾ ਮੰਗ ਲੈਣੀ। ਅਹਿੰਸਾ, ਦਇਆ ਹੋਣੀ ਅੰਦਰ। ਮ੍ਰਿਦ, ਕੋਮਲ ਬੋਲ ਬੋਲਣੇ। ਸਤ ਬਚਨ, ਸੱਚੇ ਬਚਨ ਬੋਲਣੇ। ਦਾਨ ਕਰਨ ਵਾਲਾ ਸੁਭਾਅ ਹੋਣਾ। ਤਪ, ਗੁਰੂ ਕੀ ਸੇਵਾ, ਤਪੱਸਿਆ ਕਰਨੀ। ਗੁਰੂ ਕੀ ਸੇਵਾ ਕਰਨੀ ਇਹ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਸੀਲ, ਸੌਚ, ਜਤ ਸਤ ਵਿੱਚ ਰਹਿਣਾ। ਪਵਿੱਤਰਤਾ ਰੱਖਣੀ, ਤਨ ਕਰਕੇ ਵੀ, ਮਨ ਕਰਕੇ ਵੀ, ਬੋਲਾਂ ਕਰਕੇ ਵੀ। ਤ੍ਰਿਸ਼ਨਾ ਬਿਨਾ, ਲਾਲਚ ਤੋਂ ਬਿਨਾ ਹੋਣਾ। ਇਹ ਕਹਿੰਦੇ ਵੀ ਧਰਮੀ ਮਨੁੱਖ ਦੇ ਵਿੱਚ ਸ਼ੁਭ ਗੁਣ ਹੁੰਦੇ ਆ। ਤਾਂ ਐਸੇ ਸਾਰੇ ਜਿਹੜੇ ਗੁਣ ਵਾ,
ਗਰੀਬ ਨਵਾਜ ਸਾਹਿਬ ਜੀ ਕਹਿੰਦੇ ਉਹ ਜਗਤ ਦਾ ਈਸ਼ਵਰ ਦੇ ਦਿੰਦਾ ਉਹਨਾਂ ਗੁਰਮੁਖਾਂ ਨੂੰ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗਦੇ ਆ। ਸਰਬ ਗੁਣ ਜਗਦੀਸ਼ਰ ਹੈ। ਇਹ ਜਗਤ ਦੇ ਈਸ਼ਵਰ ਦੀ ਪ੍ਰਾਪਤੀ ਵਾਲੇ ਜਿਹੜੇ ਸਾਰੇ ਗੁਣ ਹਨ, ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਵੇਕ, ਗਿਆਨ ਆਦਿਕ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਕਰ ਸੇਵ ਸੇਵਕ ਦਿਨ ਸੁਰੈਣੀ। ਦਿਨਸ ਕਰ ਸੇਵ ਸੇਵਕ, ਮਾਰੇ ਕਹਿੰਦੇ ਸੇਵਾ ਕਰ ਸੇਵਕ ਬਣ ਕੇ। ਕਦੋਂ ਕ ਕਰ? ਦਿਨਸ, ਦਿਨੇ ਵੀ ਕਰ ਤੇ ਰਹਿਣੀ ਰਾਤ ਨੂੰ ਵੀ ਕਰ। ਦਿਨੇ ਰਾਤ ਗੁਰੂ ਪਰਮੇਸ਼ਰ ਦੀ ਸੇਵਾ ਵਿੱਚ ਸੇਵਕ ਬਣ ਕੇ ਸੇਵਾ ਕਰ। ਸੇਵਕ ਦਾ ਭਾਵ ਕੀ ਹੈ? ਵੀ ਹੰਕਾਰ ਛੱਡ ਕੇ। ਸੇਵਕ ਉਹਨੂੰ ਕਿਹਾ ਜਾਂਦਾ ਜਿਹੜਾ ਹੰਕਾਰ ਤਿਆਗਦਾ। ਗਰੀਬ ਨਵਾਜ ਸਾਹਿਬ ਜੀ ਦਾ ਬਚਨ ਹੈ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰੂ ਕੇ ਹੁਕਮ ਨੂੰ ਬੁੱਝ ਕਰਕੇ ਗੁਰੂ ਕੇ ਹੁਕਮ ਦੇ ਵਿੱਚ ਚੱਲ ਕੇ ਜਿਹੜੀ ਸੇਵਾ ਕਰਨੀ ਹੈ ਉਹ ਸੇਵਾ ਪ੍ਰਵਾਨ ਹੈ। ਗੁਰੂ ਕੇ ਹੁਕਮ ਵਿੱਚ ਨਾ ਚੱਲਣਾ, ਮਨ ਮਰਜ਼ੀ ਦਾ ਕੰਮ ਕਰਨਾ, ਭਾਵੇਂ ਬਹੁਤੀ ਸੇਵਾ ਕਰਦਾ, ਉਹ ਪ੍ਰਵਾਨ ਨਹੀਂ ਹੁੰਦੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਫਿਰ ਸਾਰੇ ਪਾਪ ਗੁਰੂ ਸਾਹਿਬ ਜੀ ਭੰਨ ਦਿੰਦੇ, ਤੋੜ ਦਿੰਦੇ ਹਨ, ਪਾਪਾਂ ਤੋਂ ਰਹਿਤ ਕਰ ਦਿੰਦੇ ਹਨ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਸੇਵਕ ਬਣ ਕੇ ਗੁਰੂ ਕੀ ਸੇਵਾ ਦਿਨੇ ਰਾਤ ਕਰ। ਤਿਸ ਭਾਵੈ ਸੋ ਹੋਏ ਜੀਓ। ਜਿਹੜਾ ਤਿਸ ਪਰਮੇਸ਼ਰ ਨੂੰ ਭਾ ਜਾਂਦਾ ਹੈ ਸੇਵਾ ਕਰਦਿਆਂ ਕਰਦਿਆਂ, ਜਿਹੜਾ ਤਿਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਭਾਵੈ, ਭਾਵਨਾ ਕਰਦਾ ਹੈ, ਤਿਸ ਪਰਮੇਸ਼ਰ ਦੇ ਭਾਣੇ ਵਿੱਚ ਚੱਲਦਾ ਹੈ, ਸੋ ਹੋਏ ਜੀਓ। ਉਹ ਫਿਰ ਜੀਵ ਉਸ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਹਰ ਜਨ ਦੋਈ ਏਕ ਹੈ, ਵਿਗ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਤੇ ਦੂਜਾ ਭਾਵ ਇਹ ਹੈ, ਤਿਸ ਭਾਵੈ ਸੋ ਹੋਏ ਜੀਓ। ਇਹ ਭਾਈ ਆਪਾ ਭਾਵ ਤਿਆਗ ਕੇ ਸੇਵਕ ਬਣ ਕੇ ਨਿਰਮਾਣਤਾ ਵਿੱਚ ਆ ਕੇ ਦਿਨੇ ਰਾਤ ਵਾਹਿਗੁਰੂ ਦੀ ਸੇਵਾ ਕਰ। ਤਿਸ ਭਾਵੈ ਸੋ ਹੋਏ ਜੀਓ। ਜੋ ਤਿਸ ਪਰਮੇਸ਼ਰ ਨੂੰ ਭਾਵੈ, ਭਾਉਂਦਾ ਹੈ, ਚੰਗਾ ਲੱਗਦਾ, ਉਹ ਕੁਝ ਹੀ ਹੋ ਰਿਹਾ। ਉਹ ਕੁਝ ਪਿੱਛੇ ਹੁੰਦਾ ਸੀ ਜੋ ਵਾਹਿਗੁਰੂ ਨੂੰ ਭਾਉਂਦਾ ਸੀ, ਜੋ ਹੁਣ ਭਾ ਰਿਹਾ ਉਹ ਕੁਝ ਹੁਣ ਹੋ ਰਿਹਾ ਹੈ, ਤੇ ਜੋ ਆਉਣ ਵਾਲੇ ਸਮੇਂ 'ਚ ਉਹਨੂੰ ਭਾਉਣਾ ਉਹ ਕੁਝ ਹੀ ਹੋਣਾ ਹੈ। ਬੰਦਾ ਜੋ ਮਰਜ਼ੀ ਸੋਚੀ ਜਾਵੇ, ਉਹ ਕੁਝ ਹੋਣਾ ਜੋ ਉਹਨੇ ਕਰਨਾ। ਇਸ ਕਰਕੇ ਭਗਤਾਂ ਨੇ ਵੀ ਐਸਾ ਬਚਨ ਕਿਹਾ, ਕਬੀਰ ਜੋ ਮੈਂ ਚਿਤਵਾ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਵੀ ਮੈਂ ਐਵੇਂ ਕਿਉਂ ਚਿੰਤਾ ਕਰੀ ਜਾਵਾਂ, ਮੇਰੇ ਚਿੰਤਾ ਕੀਤਿਆਂ ਤੇ ਹੋਣਾ ਹੀ ਕੱਖ ਨਹੀਂ। ਮੇਰੇ ਸੋਚਿਆ ਹਾਂ ਉੱਤਮ ਕਰਨਾ ਚਾਹੀਦਾ, ਉਪਰਾਲਾ ਕਰਨਾ ਚਾਹੀਦਾ, ਚੰਗਾ ਸੋਚਣਾ ਚਾਹੀਦਾ, ਚੰਗਾ ਕਰਨਾ ਚਾਹੀਦਾ, ਸਿਮਰਨ ਭਜਨ ਕਰਨਾ ਚਾਹੀਦਾ, ਪਰ ਹਰ ਵੇਲੇ ਫਿਕਰਾਂ ਵਿੱਚ ਰਹਿਣਾ ਮੇਰੇ ਕੀਤਿਆਂ ਕੀ ਹੋਣਾ। ਹੋਣਾ ਤੇ ਉਹ ਜੋ ਵਾਹਿਗੁਰੂ ਨੇ ਕਰਨਾ। ਕਬੀਰ ਜੋ ਮੈਂ ਚਿਤਵਾ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਪਰਮੇਸ਼ਰ ਉਹ ਕੁਝ ਕਰ ਦਿੰਦਾ ਜੋ ਮੇਰੇ ਚਿੱਤ ਵਿੱਚ ਵੀ ਨਹੀਂ ਹੈ, ਖਿਆਲ ਵਿੱਚ ਵੀ ਨਹੀਂ ਹੈ। ਬਾਬਾ ਸੇਖ ਫਰੀਦ ਸਾਹਿਬ ਜੀ ਨੇ ਵੀ ਆਖਿਆ ਵੀ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗੱਲ ਹੀ ਰੱਬ ਕੀਆਂ। ਰੱਬ ਨੇ ਉਹ ਗੱਲਾਂ ਕਰ ਦਿੱਤੀਆਂ ਜੋ ਮਨ ਚਿੱਤ ਖਿਆਲ ਵਿੱਚ ਵੀ ਨਹੀਂ ਸੀ, ਕਿਉਂਕਿ ਰੱਬ ਕਰਦਾ ਹੀ ਉਹ ਕੁਝ ਵਾ ਜੋ ਚਿੱਤ ਵਿੱਚ ਨਹੀਂ ਹੁੰਦਾ। ਕਿਉਂਕਿ ਉਹ ਕਿਹੜਾ ਕਿਸੇ ਨੂੰ ਪੁੱਛ ਕੇ ਕਰਦਾ, ਉਹਨੇ ਕਿਹੜਾ ਕਿਸੇ ਦੀ ਸਲਾਹ ਲੈਣੀ। ਸਲਾਹ ਤੇ ਸਾਨੂੰ ਇਨਸਾਨਾਂ ਨੂੰ ਇੱਕ ਦੂਜੇ ਦੀ ਲੈਣੀ ਪੈਂਦੀ ਆ, ਭਗਵਾਨ ਨੂੰ ਕਿਸੇ ਦੀ ਸਲਾਹ ਨਹੀਂ ਲੈਣੀ ਪੈਂਦੀ, ਵਾਹਿਗੁਰੂ ਨੂੰ ਕਿਸੇ ਦੀ ਸਲਾਹ ਨਹੀਂ ਲੈਣੀ ਪੈਂਦੀ। ਜੇ ਉਹ ਸਲਾਹਾਂ ਲੈਣ ਲੱਗ ਪਵੇ ਫਿਰ ਤਾਂ ਸਲਾਹ ਦੇਣ ਵਾਲੇ ਬਹੁਤੇ ਬਣ ਜਾਣ, ਫਿਰ ਹਰ ਕੋਈ ਸਿਆਣਾ ਬਣ ਕੇ ਉਹਨੂੰ ਸਲਾਹ ਦੇਵੇ ਵੀ ਮੇਰੀ ਸਲਾਹ ਮੰਨ ਕੇ ਇਸ ਤਰ੍ਹਾਂ ਕਰ। ਜਿਵੇਂ ਇੱਕ ਬੰਦਾ ਬੈਠਾ ਸੀ ਬੋਹੜ ਦੇ ਦਰਖਤ ਥੱਲੇ, ਗਰਮੀਆਂ ਦੇ ਦਿਨ ਸੀ, ਪੁਰਾਣੇ ਸਮੇਂ 'ਚ ਬੋਹੜਾਂ ਦੀ ਛਾਵੇਂ ਲੋਕ ਬਹਿੰਦੇ ਹੁੰਦੇ ਸੀ, ਜਦੋਂ ਅੱਜ ਵਰਗਾ ਸਮਾਂ ਨਹੀਂ ਹੁੰਦਾ ਸੀ, ਆ ਲਾਈਟ ਨਹੀਂ ਹੁੰਦੀ ਸੀ, ਏਸੀ ਨਹੀਂ ਹੁੰਦੇ ਸੀ, ਕੂਲਰ ਪੱਖੇ ਨਹੀਂ ਹੁੰਦੇ ਸੀ, ਤੇ ਉਦੋਂ ਵੱਡੇ ਦਰਖਤਾਂ ਦੀ ਛਾਵੇਂ ਲੋਕ ਬਹਿੰਦੇ ਹੁੰਦੇ ਸੀ। ਬੋਹੜਾਂ ਪਿੱਪਲਾਂ ਦੀ, ਪਿਲਕਣਾਂ ਦੀ ਛਾਂ, ਟਾਹਲੀਆਂ ਦੀ ਛਾਂ। ਉਹ ਥੜਾ ਬਣਾਇਆ ਹੋਇਆ ਬੋਹੜ ਦੇ ਥੱਲੇ, ਤੇ ਉਹ ਲੱਤ ਤੇ ਲੱਤ ਰੱਖ ਕੇ ਬੈਠਾ ਲੰਮਾ ਪਿਆ। ਗਰਮੀ ਦੇ ਜੇਠ ਹਾੜ ਦੀ ਰੁੱਤ, ਉੱਪਰ ਨੂੰ ਵੇਖ ਰਿਹਾ, ਤੇ ਉੱਤੇ ਗੋਲ ਬੋਹੜ ਦੇ ਦਰਖਤ ਨੂੰ ਗੋਲਾਂ ਲੱਗੀਆਂ ਵੇਖੀਆਂ। ਤੇ ਜਿਸ ਮੌਕੇ ਤੇ ਵੇਖ ਕਹਿੰਦਾ ਵੀ ਰੱਬ ਜੇ ਮੈਥੋਂ ਪੁੱਛਦਾ ਨਾ ਤਾਂ ਮੈਂ ਉਹਨੂੰ ਸਲਾਹ ਦਿੰਦਾ ਵੀ ਨਿੱਕੀਆਂ ਨਿੱਕੀਆਂ ਜਿਹੀਆਂ ਵੇਲਾਂ ਵਾ ਧਰਤੀ ਤੇ ਲਟਕਣ ਵਾਲੀਆਂ, ਤੇ ਇਹਨਾਂ ਨੂੰ 10-10 ਕਿਲੋ ਦੇ ਲਾ ਦਿੱਤੇ ਦਵਾਣੇ,
ਕਿਸੇ ਨੂੰ ਲਾ ਦਿੱਤੇ 5-5 10-10 ਕਿਲੋ ਦੇ ਖਰਬੂਜੇ, ਕਿਸੇ ਨੂੰ ਦਵਾਣੇ, ਤੇ ਕਿਸੇ ਨੂੰ ਕੱਦੂ ਕਿੱਡੇ ਕਿੱਡੇ ਲਾ ਦਿੱਤੇ, ਕਿਸੇ ਨੂੰ ਹਲਵੇ ਕਿੱਡੇ ਕਿੱਡੇ ਲਾ ਦਿੱਤੇ, 10-10 ਕਿਲੋ ਦੇ ਹਲਵੇ ਲਾਤੇ ਨਿੱਕੀਆਂ ਨਿੱਕੀਆਂ ਵੇਲਾਂ। ਜੇ ਮੈਥੋਂ ਪੁੱਛਦਾ ਸਲਾਹ ਲੈਂਦਾ ਰੱਬ, ਤੇ ਉਹਨੂੰ ਕਹਿੰਦਾ ਵੀ ਆ ਵੱਡੇ ਵੱਡੇ ਦਰਖਤਾਂ ਨੂੰ ਲਾਉਂਦਾ ਹਾਂ, ਵੱਡੇ ਵੱਡੇ ਚੀਜ਼ਾਂ, ਵੀ ਆ ਜਿਹੜਾ ਬੋੜ ਆ ਇਹਨੂੰ ਲਾਉਂਦਾ 10-10 ਕਿਲੋ ਦੇ ਆ ਹਲਵੇ, ਕੱਦੂ, ਖਰਬੂਜੇ, ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਵੇਲਾਂ ਉਹਨਾਂ ਨੂੰ ਨਿੱਕੀਆਂ ਨਿੱਕੀਆਂ ਗੋਲਾਂ ਲਾ ਦਿੰਦਾ। ਹਾਲੇ ਇਸ ਤਰ੍ਹਾਂ ਤਰਕ ਕਰ ਹੀ ਰਿਹਾ ਸੀ ਵੀ ਰੱਬ ਨੂੰ ਸਲਾਹ ਮੈਂ ਦਿੰਦਾ ਜੇ ਮੈਥੋਂ ਪੁੱਛਦਾ ਉਹਨੇ ਏਡੇ ਵੱਡੇ ਬੋੜ ਦੇ ਦਰਖਤ ਨੂੰ ਨਿੱਕੀਆਂ ਨਿੱਕੀਆਂ ਗੋਲਾਂ ਲਾਈਆਂ, ਤੇ ਆ ਨਿੱਕੀਆਂ ਨਿੱਕੀਆਂ ਵੇਲਾਂ ਇਹਨਾਂ ਨੂੰ ਕਿੱਡੇ ਕਿੱਡੇ ਵੱਡੇ ਜਿਹੜੇ ਆ ਇਹ ਹਲਵੇ ਤੇ ਕੱਦੂ ਤੇ ਖਰਬੂਜੇ ਆਦਿਕ ਲਾਏ ਆ। ਇੰਨੇ ਚਿਰ ਨੂੰ ਇੱਕ ਗੋਲ ਟੁੱਟੀ ਹਵਾ ਦੇ ਨਾਲ, ਨੱਕ ਤੇ ਆ ਕੇ ਵੱਜੀ ਤੇ ਪੀੜ ਹੋਈ। ਉਸੇ ਵੇਲੇ ਉੱਠ ਕੇ ਬਹਿ ਗਿਆ ਤੇ ਬੌੜੀ ਬੌੜੀ ਕਰਨ ਲੱਗਾ, ਹਾਏ ਹਾਏ ਕਰਨ ਲੱਗਾ ਵੀ ਰੱਬਾ ਤੂੰ ਠੀਕ ਹੀ ਕੀਤਾ, ਜੇ 10-12 ਕਿਲੋ ਦਾ ਆ ਕੇ ਨਾਸਾਂ ਤੇ ਵੱਜਦਾ ਨਾ, ਤੇ ਨਾਸਾਂ ਕੀ ਸਾਰਾ ਮੂੰਹ ਵੀ ਫਿਸ ਜਾਣਾ ਸੀ ਨਾਲ ਹੀ, ਵੀ ਤੂੰ ਜੋ ਕੁਝ ਕੀਤਾ ਉਹ ਸਹੀ ਕੀਤਾ ਹੈ। ਇਸ ਕਰਕੇ ਬੰਦਾ ਉਹਦੀ ਕਿਰਤ ਵਾ, ਉਹ ਕਰਤਾ ਵਾ। ਇਹ ਪੈਦਾ ਕੀਤਾ ਹੋਇਆ, ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਉਹ ਪੈਦਾ ਕਰਨ ਵਾਲਾ, ਪਰ ਕਈ ਵਾਰੀ ਇਹ ਪੈਦਾ ਕੀਤਾ ਪੈਦਾ ਕਰਨ ਵਾਲੇ ਨੂੰ ਸਲਾਹਾਂ ਦੇਣ ਲੱਗ ਪੈਂਦਾ, ਗੁਰੂ ਪਰਮੇਸ਼ਰ ਨੂੰ ਸਲਾਹਾਂ ਦੇਣ ਲੱਗ ਪੈਂਦਾ, ਵਾਹਿਗੁਰੂ ਨੂੰ ਆਪਣੀਆਂ ਸਲਾਹਾਂ। ਪਰ ਇਹ ਸਮਝਦਾ ਨਹੀਂ ਵੀ ਉਹਨੇ ਤਾਂ ਕਰੋੜਾਂ ਖੰਡ ਬ੍ਰਹਿਮੰਡ ਸਿਰਜੇ ਆ, ਮੇਰੇ ਵਰਗੇ ਪਤਾ ਨਹੀਂ ਕਿੰਨੇ ਕੋਨੇ ਪੈਦਾ ਕੀਤੇ ਆ, ਉਹ ਕਿੱਡਾ ਵੱਡਾ ਵਾ, ਉਹ ਕਰਤਾ ਵਾ। ਮਹਾਰਾਜ ਨੇ ਤਾਂ ਹੀ ਆਖਿਆ ਨਾ, ਕਰਤੇ ਕੀ ਮਿੱਤ ਨਾ ਜਾਣੈ ਕੀਆ, ਕਰਤੇ ਕੀ ਮਿੱਤ ਨਾ ਜਾਣੈ ਕੀਆ। ਉਹਦਾ ਪੈਦਾ ਕੀਤਾ ਹੋਇਆ ਉਹਦੀ ਮਰਿਆਦਾ ਨੂੰ ਨਹੀਂ ਜਾਣ ਸਕਦਾ, ਉਹਦੇ ਬਾਰੇ ਨਹੀਂ ਜਾਣ ਸਕਦਾ। ਇੱਕ ਹੋਰ ਵੀ ਬਚਨ ਕੀਤਾ ਗਰੀਬ ਨਵਾਜ਼ ਸਾਹਿਬ, ਕਹਿੰਦੇ ਪਿਤਾ ਕਾ ਜਨਮ ਕੇ ਜਾਣੈ ਪੂਤ। ਪੁੱਤਰ ਜਿਹੜਾ ਵਾ ਉਹ ਆਪਣੇ ਪਿਤਾ ਦੇ ਜਨਮ ਤਰੀਕ ਨੂੰ ਨਹੀਂ ਜਾਣ ਸਕਦਾ। ਕਿਵੇਂ ਜਾਣ ਸਕਦਾ? ਜੇ ਪਿਤਾ ਖੁਸ਼ ਹੋ ਕੇ ਆਪ ਦੱਸ ਦਵੇ ਕਿ ਪੁੱਤ ਆ ਮੇਰੀ ਜਨਮ ਤਰੀਕ ਆ, ਤਾਂ ਫਿਰ ਤਾਂ ਜਾਣ ਸਕਦਾ, ਤੇ ਆਪਣੇ ਆਪ ਨਹੀਂ ਪਿਤਾ ਦੇ ਬਾਰੇ ਜਾਣ ਸਕਦਾ ਪੁੱਤਰ। ਇਸ ਕਰਕੇ ਸੰਸਾਰ ਸਾਰਾ ਉਹਦਾ ਪੁੱਤਰ ਵਾ, ਤੇ ਉਹ ਸਾਰਿਆਂ ਦਾ ਪਿਓ ਆ, ਸਾਰਿਆਂ ਦਾ ਪਿਤਾ ਪਰਮੇਸ਼ਰ, ਮਾਤਾ ਵੀ ਆ, ਪਿਤਾ ਵੀ ਆ, ਸਭ ਕੁਝ ਹੀ ਆ। ਇਸ ਕਰਕੇ ਮਹਾਰਾਜ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਉਹਦਾ ਜਸ ਗਾਇਆ ਜਾ ਸਕਦਾ ਵਾ, ਉਹਦੀਆਂ ਸਿਫਤਾਂ ਗਾਈਆਂ ਜਾ ਸਕਦੀਆਂ, ਪਰ ਉਹਦੇ ਬਾਰੇ ਸਾਰਾ ਨਹੀਂ ਕੋਈ ਜਾਣ ਸਕਦਾ। ਉਹ ਵਾਹਿਗੁਰੂ ਪਰਮੇਸ਼ਰ ਐਸਾ ਬੇਅੰਤ ਹੈ, ਜੋ ਕੁਝ ਕਰਦਾ ਉਹ ਕੁਝ ਹੁੰਦਾ ਹੈ, ਤੇ ਉਹ ਆਪਣੇ ਆਪ ਹੀ ਕਰਦਾ, ਕਿਸੇ ਨੂੰ ਪੁੱਛ ਕੇ ਨਹੀਂ ਕਰਦਾ, ਕਿਸੇ ਦੀ ਸਲਾਹ ਨਹੀਂ ਲੈਂਦਾ। ਜੋ ਕਿਛ ਕਰੈ ਸੋ ਆਪੇ ਕਰੈ, ਬੀਓ ਪੂਛ ਨਾ ਮਸਲਤ ਧਰੈ। ਉਹ ਕਿਸੇ ਦੀ ਸਲਾਹ, ਕਿਸੇ ਦਾ ਮਸ਼ਵਰਾ ਨਹੀਂ ਲੈਂਦਾ, ਕਿਉਂਕਿ ਉਹ ਸਰਬ ਕਲਾ ਸਮਰੱਥ ਹੈ। ਬਲ ਜਾਏ ਨਾਨਕ ਸੁਖ ਹੈ ਦਾਤੇ। ਮਹਾਰਾਜ ਕਹਿੰਦੇ ਅਸੀਂ ਤਾਂ ਬਲਿਹਾਰ ਜਾਂਦੇ ਹਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਲਿਹਾਰ ਜਾਂਦੇ ਅਸੀਂ ਸੁੱਖਾਂ ਦੇ ਦਾਤੇ ਤੋਂ। ਉਹ ਸੁੱਖਾਂ ਦਾ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ, ਸਾਰੇ ਸੁੱਖ ਪ੍ਰਦਾਨ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਉਸ ਸੁੱਖਾਂ ਦੇ ਦਾਤੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਪ੍ਰਗਾਸ ਪ੍ਰਗਾਸ ਮਨ ਤਨ ਹੋਏ ਜੀਉ। ਜਿਸ ਵੇਲੇ ਉਹ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਤੇ ਫਿਰ ਜੀਵ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਪ੍ਰਗਾਸ ਹੋ ਜਾਂਦਾ ਹੈ, ਨਾਮ ਦਾ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਲੋਕ ਹਰ ਸਿਮਰਤ ਮਨ ਤਨ ਸੁਖੀ। ਗਰੀਬ ਨਵਾਜ਼ ਸਾਹਿਬ ਕਹਿੰਦੇ ਹਰੀ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਮਨ ਤੇ ਤਨ ਸੁਖੀ ਹੋ ਜਾਂਦਾ ਹੈ ਭਾਈ। ਬਿਨਸੀ ਦੁਤੀਆ ਸੋਚ। ਤੇ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦਾ ਮਨ ਵੀ ਤੇ ਤਨ ਵੀ ਸੁਖੀ ਹੋ ਗਿਆ, ਮਨੋਂ ਵੀ ਸੁਖੀ ਹੋ ਗਏ, ਸਰੀਰ ਕਰਕੇ ਵੀ ਸੁਖੀ ਹੋ ਗਏ। ਤੇ ਉਹਨਾਂ ਦੀ ਬਿਨਸ ਗਈ ਦੁਤੀਆ, ਜਿਹੜੀ ਦੁਬਿਧਾ ਹੈ, ਦੁਚਿੱਤਾਪੁਣਾ ਹੈ, ਦਵੈਸ਼ ਅੰਦਰ ਈਰਖਾ, ਉਹ ਵੀ ਨਾਸ ਹੋ ਗਈ। ਤੇ ਸੋਚ ਵੀ ਉਹਨਾਂ ਦੀ, ਫਿਕਰ ਵੀ, ਜਿਹੜਾ ਸੋਚਾਂ ਵਿੱਚ ਪਏ ਰਹਿਣਾ ਨਾ ਹਰ ਵੇਲੇ, ਉਹ ਸੋਚਾਂ, ਚਿੰਤਾਵਾਂ, ਫਿਕਰ ਵੀ ਉਹਨਾਂ ਦਾ ਬਿਨਸ ਗਿਆ ਜਿਨ੍ਹਾਂ ਨੇ ਸਿਮਰਨ ਕੀਤਾ।
ਮਹਾਰਾਜ ਸਾਹਿਬ ਜੀ ਦੀ ਬਾਣੀ ਚਿੰਤਾ ਫਿਕਰ ਮੇਟਣ ਵਾਲੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਬਖਾਨਾ। ਤੋ ਇਸ ਕਰਕੇ ਗੁਰੂ ਕੀ ਬਾਣੀ ਪੜ੍ਹੀਏ, ਗੁਰੂ ਕੀ ਬਾਣੀ ਸਾਡੇ ਹਿਰਦੇ ਵਸੇ, ਤਾਂ ਹੀ ਸਾਡੇ ਇਹ ਮਨ ਤੇ ਤਨ ਦੇ ਦੁੱਖ ਦੂਰ ਹੋਣਗੇ। ਮਹਾਰਾਜ ਕਹਿੰਦੇ ਜਿੰਨਾ ਚਿਰ ਵਾਹਿਗੁਰੂ ਭੁੱਲਿਆ ਰਹਿੰਦਾ ਹੈ ਨਾ, ਉਹਨਾਂ ਚਿਰ ਜੀਵ ਦੁਖੀ ਰਹਿੰਦਾ ਹੈ। ਇਹਨੂੰ ਰੋਗ ਚਿੰਤਾਵਾਂ ਫਿਕਰ ਲੱਗਦੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਇਸ ਥੈ ਰੋਵੈ ਰੋਜ। ਪਰ ਜਿਸ ਵੇਲੇ ਜੀਵ ਸਿਮਰਨ ਕਰਦਾ, ਇਹਦਾ ਮਨ ਵੀ ਸੁਖੀ ਹੋ ਜਾਂਦਾ ਹੈ, ਚਿੰਤਾ ਤੋਂ ਰਹਿਤ ਹੋ ਜਾਂਦਾ ਹੈ, ਦੁਆਇਸ਼ ਤੋਂ ਰਹਿਤ ਹੋ ਜਾਂਦਾ, ਸੋਚਾਂ ਫਿਕਰਾਂ ਤੋਂ, ਤੇ ਸਰੀਰ ਕਰਕੇ ਵੀ ਸੁਖੀ ਹੋ ਜਾਂਦਾ ਹੈ। ਨਾਨਕ ਟੇਕ ਗੋਪਾਲ ਕੀ। ਪੰਚਮ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਟੇਕ ਹੈ ਉਹ ਪ੍ਰਿਥਵੀ ਦੇ ਪਾਲਣਹਾਰ ਦੀ, ਸ੍ਰਿਸ਼ਟੀ ਦੇ ਪਾਲਣਹਾਰ ਗੋਪਾਲ ਪਰਮੇਸ਼ਰ ਦੀ। ਔਰ ਗੁਰਸਿੱਖੋ ਸੰਸਾਰ ਦੇ ਜੀਵੋ, ਤੁਸੀਂ ਵੀ ਗੋਪਾਲ ਦੀ ਟੇਕ ਲੈਣਾ ਕਰੋ। ਗੋਵਿੰਦ ਸੰਕਟ ਮੋਚ। ਉਹ ਗੋਬਿੰਦ ਪਰਮੇਸ਼ਰ ਹੀ ਸਾਰੇ ਸੰਕਟਾਂ ਨੂੰ ਮੋਚ ਕੱਟ ਦੇਣ ਵਾਲਾ ਹੈ, ਸੰਕਟਾਂ ਦੀ ਨਿਵਰਤੀ ਕਰਨ ਵਾਲਾ ਹੈ। ਉਹ ਸੰਕਟ ਮੋਚਨ ਹੈ, ਸੰਕਟਾਂ ਨੂੰ ਕੱਟ ਦੇਣ ਵਾਲਾ ਹੈ, ਦੁੱਖਾਂ ਨੂੰ ਭੰਨ ਦੇਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਪਰ ਕਿਦੋਂ ਭਜਣਗੇ? ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ। ਜਦੋਂ ਨਾਮ ਦੀ ਆਰਾਧਨਾ ਕਰਾਂਗੇ, ਫਿਰ ਨਾਮ ਦੀ ਬਖਸ਼ਿਸ਼ ਦੇ ਨਾਲ ਸੰਕਟ ਮੋਚਨ ਹੋ ਜਾਣਗੇ, ਸੰਕਟ ਕੱਟੇ ਜਾਣਗੇ। ਉਹ ਸਾਰੇ ਸੰਕਟਾਂ ਨੂੰ, ਵਿਪਤਾਂ ਨੂੰ, ਦੁੱਖਾਂ ਨੂੰ, ਤਕਲੀਫਾਂ ਨੂੰ ਮੋਚ ਕੱਟ ਦੇਣ ਵਾਲਾ ਹੈ। ਇਸ ਕਰਕੇ ਭਾਈਓ ਵਾਹਿਗੁਰੂ ਜੀ ਦੀ ਟੇਕ ਲਈਏ। ਧਰ ਜੀ ਅਰੇਕ ਟੇਕ ਤੂੰ ਲਾਹੇ ਪਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸੰਤ ਭੈ ਸੰਕਟ ਕਾਟੇ। ਭੈ ਡਰ ਦਾ ਨਾਮ ਹੈ, ਡਰ ਵੀ ਕੱਟ ਦਿੱਤਾ ਤੇ ਸੰਕਟ ਵੀ ਵਾਹਿਗੁਰੂ ਪਰਮੇਸ਼ਰ ਨੇ ਕੱਟ ਦਿੱਤੇ। ਨਾਰਾਇਣ ਦਇਆਲ ਜੀਓ। ਉਹ ਪਰਮੇਸ਼ਰ ਹੈ ਨਾਰਾਇਣ। ਨਾਰਾਇਣ ਨਰਾਂ ਨਰਾਂ ਵਿੱਚ ਆਇਨ ਜਿਸ ਦਾ ਘਰ ਹੈ, ਤੇ ਨਾਰਾਇਣ ਨਹੀਂ ਹੈ ਜਿਸ ਵਿੱਚ ਅਵਿਦਿਆ ਰੂਪੀ, ਅਗਿਆਨਤਾ ਰੂਪੀ ਕਾਲੀ ਬੋਲੀ ਰਾਤ। ਜਿਹੜਾ ਗਿਆਨ ਪ੍ਰਕਾਸ਼ ਸਰੂਪ ਹੀ ਹੈ, ਨੂਰ ਸਰੂਪ ਹੀ ਹੈ, ਜੋਤ ਸਰੂਪ ਹੀ ਹੈ, ਜੋਤ ਰੂਪ ਹਰਿ ਆਪ ਹੈ। ਨਾਰਾਇਣ ਐਸਾ ਹੈ। ਦਇਆਲ ਫਿਰ ਦਇਆ ਦਾ ਘਰ ਹੈ। ਉਹ ਜੋ ਨਾਰਾਇਣ ਤੇ ਦਇਆਲ ਹੈ ਨਾ, ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੇ ਡਰ ਵੀ ਕੱਟ ਦਿੱਤੇ ਆਪਣੇ ਪਿਆਰਿਆਂ ਦੇ, ਤੇ ਸਾਰੇ ਸੰਕਟ ਵੀ ਕੱਟ ਦਿੱਤੇ। ਹਰ ਗੁਣ ਆਨੰਦ ਗਾਏ। ਇਸ ਕਰਕੇ ਪ੍ਰਭੂ ਦੇ ਪਿਆਰਿਆਂ ਨੇ ਹਰੀ ਦੇ ਗੁਣ ਗਾਏ ਔਰ ਆਨੰਦ ਪ੍ਰਾਪਤ ਕੀਤਾ ਹੈ। ਹਰੀ ਦੇ ਗੁਣਾਂ ਨੂੰ ਗਾ ਕਰਕੇ ਹੀ ਉਸ ਆਨੰਦ ਸਰੂਪ ਨੂੰ ਪ੍ਰਾਪਤ ਕੀਤਾ ਹੈ। ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ। ਉਹ ਪ੍ਰਭੂ ਦੀਨਾ ਗਰੀਬਾਂ ਦਾ ਨਾਥ ਮਾਲਕ ਹੈ, ਤੇ ਸਭ ਦੇ ਪ੍ਰਤੀ ਤਾਂ ਹੀ ਪਾਲਣਾ ਕਰਨ ਵਾਲਾ ਹੈ ਜੀਓ। ਪ੍ਰਤਪਾਲ ਅਚੁੱਤ ਪੁਰਖ ਏਕੋ। ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਅਚੁੱਤ ਆਪਣੀ ਪਦਵੀ ਦੇ ਉੱਤੇ ਸਦਾ ਸਲਾਮਤ ਹੈ, ਪੁਰਖ ਵਿਆਪਕ ਹੈ, ਤੇ ਐਸਾ ਉਹ ਪਰਮੇਸ਼ਰ ਇੱਕੋ ਇੱਕ ਹੈ। ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ ਆਪਣੀ ਕੁਦਰਤ ਦੇ ਨਾਲ। ਅਣਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਉਹਦੀ ਕੁਦਰਤ ਦਾ ਕੋਈ ਅੰਤ ਨਹੀਂ, ਸ਼ਕਤੀ ਦਾ ਕੋਈ ਅੰਤ ਨਹੀਂ ਹੈ, ਪਰ ਉਹ ਪਰਮੇਸ਼ਰ ਹੈ ਇੱਕੋ ਹੀ। ਇੱਕੋ ਹੁੰਦਿਆਂ ਉਹਦੇ ਨਾਮ ਅਨੇਕਾਂ ਵਾ, ਰੂਪ ਅਨੰਤ ਵਾ, ਗੁਣ ਬੇਅੰਤ ਵਾ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਕਹੇ ਨਹੀਂ ਜਾ ਸਕਦੇ ਵਾਹਿਗੁਰੂ ਤੇਰੇ ਗੁਣ ਕਿੰਨੇ ਕਾ, ਤੇ ਨਾਮ ਕਿੰਨੇ ਕੁ ਵਾ। ਇੱਕ ਇੱਕ ਸ਼ਬਦ ਵਿੱਚ ਹੀ ਕਿੰਨੇ ਨਾਮ ਆ ਜਾਂਦੇ ਆ। ਹਰੀ ਆ ਜਾਂਦਾ ਵਾ, ਰਾਮ ਆ ਜਾਂਦਾ ਹੈ, ਗੋਪਾਲ ਆ ਜਾਂਦਾ ਹੈ, ਗੋਬਿੰਦ ਆ ਜਾਂਦਾ ਹੈ, ਦਇਆਲ ਆ ਜਾਂਦਾ ਹੈ। ਕਿੰਨੇ ਨਾਮ ਵਾਹਿਗੁਰੂ ਜੀ ਦੇ ਇੱਕੇ ਇੱਕੇ ਸ਼ਬਦ ਵਿੱਚ ਹੀ ਆ ਜਾਂਦੇ ਹਨ। ਭਾਸ਼ਾਵਾਂ ਕਰਕੇ ਨਾਮ ਅਨੇਕਾਂ ਵਾ, ਪਰ ਹਸਤੀ ਤਾਂ ਇੱਕੋ ਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਹਮਾਰੇ ਕਹਿੰਦੇ ਉਹ ਐਸਾ ਪਰਮੇਸ਼ਰ ਵਾਹਿਗੁਰੂ ਅਚੁੱਤ ਆਪਣੀ ਪਦਵੀ ਤੇ ਸਦਾ ਸਲਾਮਤ ਹੈ, ਕਦੀ ਡਿੱਗਣ ਵਾਲਾ ਨਹੀਂ। ਕਿਉਂ ਨਹੀਂ ਡਿੱਗਦਾ ਆਪਣੀ ਪਦਵੀ ਤੋਂ? ਕਿਉਂਕਿ ਉਹਨੂੰ
ਉਹਦੀ ਪਦਵੀ ਤੇ ਕਿਸੇ ਨੇ ਬਿਠਾਇਆ ਨਹੀਂ ਹੈ। ਡਿੱਗਦਾ ਉਹੀ ਹੈ ਜਿਹਨੂੰ ਦੂਜਾ ਪਦਵੀ ਤੇ ਬਿਠਾਉਂਦਾ ਹੈ ਤੇ ਫਿਰ ਦੂਜਾ ਹੀ ਡੇਗ ਦਿੰਦਾ ਹੈ। ਇਸ ਕਰਕੇ ਉਹ ਪਰਮੇਸ਼ਰ ਨੂੰ ਕਿਸੇ ਨੇ ਥੋੜਾ ਪਰਮੇਸ਼ਰ ਬਣਾਇਆ ਹੈ, ਕਿਸੇ ਨੇ ਥੋੜਾ ਉਹਨੂੰ ਵਾਹਿਗੁਰੂ ਪਰਮੇਸ਼ਰ ਦੀ ਪਦਵੀ ਦਿੱਤੀ ਹੈ। ਉਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਆਪ ਤਾਂ ਉਹ ਸਹਿਭੰਗ ਹੈ, ਆਪਣੇ ਆਪ ਸੁਦੇ ਪ੍ਰਕਾਸ਼ ਹੈ। ਉਹਨੂੰ ਨਾ ਕੋਈ ਪੈਦਾ ਕਰਨ ਵਾਲਾ, ਨਾ ਕੋਈ ਥਾਪਣ ਵਾਲਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਤਾਂ ਆਪੇ ਆਪ ਹੈ। ਤਾਂ ਐਸਾ ਜੋ ਪਰਮੇਸ਼ਰ ਹੈ ਉਹ ਆਪਣੀ ਪਦਵੀ ਤੇ ਸਦਾ ਸਲਾਮਤ ਹੈ, ਵਿਆਪਕ ਇੱਕੋ ਇੱਕ ਹੈ। ਸਹਿ ਸਿਉ ਰੰਗ ਲਾਗਾ। ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਾਰੇ ਕਹਿੰਦੇ ਸਾਡਾ ਪ੍ਰੇਮ ਲੱਗਾ ਹੈ, ਅਥਵਾ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਨੂੰ ਸਿਮਰਿਆ ਹੈ ਉਹਨਾਂ ਗੁਰਮੁਖਾਂ ਦਾ ਉਸ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਲੱਗ ਗਿਆ। ਹਰ ਚਰਨ ਮਸਤਕ ਮੇਲ ਲੀਨੇ। ਜਿਨ੍ਹਾਂ ਜੀਵਾਂ ਦੇ ਮਸਤਕ ਮੱਥੇ ਦੇ ਉੱਤੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣਾ ਬਖਸ਼ਿਸ਼ ਦਾ ਕਰ ਹੱਥ ਰੱਖਿਆ, ਆਪਣੇ ਚਰਨਾਂ ਨਾਲ ਜੋੜ ਕਰਕੇ ਮੇਲ ਲੈਣਾ ਕੀਤਾ ਉਹਨਾਂ, ਅਥਵਾ ਜਿਨ੍ਹਾਂ ਜੀਵਾਂ ਨੇ ਉਸ ਪਰਮੇਸ਼ਰ ਦੇ ਚਰਨਾਂ ਦੇ ਉੱਤੇ ਹੱਥ ਜੋੜ ਕਰਕੇ ਆਪਣਾ ਮਸਤਕ ਰੱਖਿਆ, ਉਹਨਾਂ ਨੂੰ ਉਸ ਪਰਮੇਸ਼ਰ ਨੇ ਆਪਣੇ ਨਾਲ ਮੇਲ ਲੈਣਾ ਕੀਤਾ। ਸਦਾ ਆਨੰਦਿਨ ਜਾਗਾ। ਐਸੇ ਗੁਰਮੁਖਾਂ ਦਾ ਮਨ ਹਿਰਦੈ ਸਦਾ ਵਾਸਤੇ ਗਿਆਨ ਜਾਗਰਤ ਵਿੱਚ ਜਾਗ ਪਿਆ। ਉਹ ਮੋਹ ਵਿਕਾਰਾਂ ਦੀ, ਅਵਿਦਿਆ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਨਹੀਂ ਰਹਿੰਦੇ, ਉਹ ਗਿਆਨ ਜਾਗਰਤ ਵਿੱਚ ਉਹਨਾਂ ਦਾ ਹਿਰਦਾ ਸਦਾ ਹੀ ਜਾਗਦਾ ਹੈ। ਜੀਉ ਪਿੰਡ ਗ੍ਰਹਿ ਥਾਨ ਤਿਸ ਕਾ। ਮਹਾਰਾਜ ਕਹਿੰਦੇ ਜੀਓ ਜਿੰਦ ਜਾਨ ਵੀ ਉਸ ਪਰਮੇਸ਼ਰ ਦੀ ਦਿੱਤੀ ਹੋਈ ਆ, ਪਿੰਡ ਸਰੀਰ ਵੀ ਉਸੇ ਨੇ ਹੀ ਦਿੱਤਾ ਹੈ, ਗ੍ਰਹਿ ਘਰ ਵੀ ਉਸੇ ਦਾ ਹੀ ਹੈ, ਥਾਨ ਬਾਕੀ ਸਾਰਾ ਥਾਂ ਵਿਹੜਾ ਜ਼ਮੀਨ ਜਾਇਦਾਦ ਇਹ ਵੀ ਤਿਸ ਕਾ ਹੀ ਹੈ, ਤਿਸ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਤਨ ਜੋਬਨ ਧਨ ਮਾਲ ਜੀਓ। ਧਨ ਇਹ ਸਰੀਰ, ਜੋਬਨ ਜਵਾਨੀ ਤੇ ਧਨ ਮਾਲ, ਜਿੰਨਾ ਧਨ ਰੁਪਈਏ ਹਨ ਤੇ ਮਾਲ ਜੋ ਵੀ ਘਰ ਦੇ ਵਿੱਚ ਮੱਝਾਂ ਗਾਵਾਂ ਮਾਲ ਹੈ, ਇਹ ਸਭ ਕੁਝ ਉਸ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਸਾਧ ਸਦਾ ਬਲ ਜਾਏ ਨਾਨਕ। ਪੰਚਮ ਪਾਤਸ਼ਾਹ ਕਹਿੰਦੇ ਅਸੀਂ ਤਾਂ ਸਦਾ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ ਉਸ ਵਾਹਿਗੁਰੂ ਜੀ ਤੋਂ। ਸਰਬ ਜੀਆਂ ਪ੍ਰਤਪਾਲ ਜੀਓ। ਉਹ ਸਾਰਿਆਂ ਜੀਆਂ ਦੀ ਪ੍ਰਤਪਾਲਨਾ ਕਰਦਾ ਹੈ, ਕੱਲੇ ਕੱਲੇ ਦੀ ਪਾਲਣਾ ਕਰਦਾ, ਕਿਸੇ ਨੂੰ ਕਿਸੇ ਦੇ ਆਸਰੇ ਤੇ ਨਹੀਂ ਉਹਨੂੰ ਰੱਖਿਆ ਹੈ। ਪਤੀ ਨੂੰ ਪਤਨੀ ਦੇ ਇਸੇ ਪ੍ਰਕਾਰ ਪਤਨੀ ਨੂੰ ਪਤੀ ਦੇ ਆਸਰੇ ਤੇ ਨਹੀਂ ਰੱਖਿਆ ਹੈ, ਤੇ ਬੱਚਿਆਂ ਨੂੰ ਮਾਤਾ ਪਿਤਾ ਦੇ ਆਸਰੇ ਤੇ ਨਹੀਂ ਰੱਖਿਆ ਹੈ, ਮਾਤਾ ਪਿਤਾ ਨੂੰ ਬੱਚਿਆਂ ਦੇ ਆਸਰੇ ਤੇ ਨਹੀਂ ਰੱਖਿਆ ਹੈ। ਹਾਂ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਵਾ ਵੀ ਜੇ ਅਸੀਂ ਨੌਕਰੀ ਨਾ ਕਰੀਏ, ਅਸੀਂ ਕੰਮਕਾਰ ਨਾ ਕਰੀਏ ਤੇ ਬੱਚਿਆਂ ਦੀ ਪਾਲਣਾ ਕੌਣ ਕਰੇ, ਜਾਂ ਮਾਂ ਪਿਓ ਦੀ ਪਾਲਣਾ ਕੌਣ ਕਰੇ। ਮਾਤਾ ਪਿਤਾ ਨੂੰ ਭਰਮ ਜਿਹਾ ਪੈਂਦਾ ਵੀ ਬੱਚਿਆਂ ਦੀ ਪਾਲਣਾ ਕੌਣ ਕਰੇ, ਸਾਡੇ ਤੋਂ ਬਿਨਾਂ ਅਸੀਂ ਕਰਦੇ ਹਾਂ। ਪਰ ਰਹਿਰਾਸ ਸਾਹਿਬ ਜੀ ਦੀ ਬਾਣੀ ਗੁਰਮੁਖ ਰੋਜ਼ ਪੜ੍ਹਦੇ ਤੇ ਸੁਣਦੇ ਆ, ਉੱਥੇ ਪੰਜਵੇਂ ਪਾਤਸ਼ਾਹ ਨੇ ਆਖਿਆ ਉਹ ਵਾਹਿਗੁਰੂ ਨੇ ਕਿਸੇ ਨੂੰ ਕਿਸੇ ਦੇ ਆਸਰੇ ਤੇ ਨਹੀਂ ਰੱਖਿਆ। ਹਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ, ਉਦਮ ਵੀ ਕਰਨਾ ਚਾਹੀਦਾ, ਧਰਮ ਦੀ ਕਿਰਤ ਵੀ ਕਰਨੀ ਚਾਹੀਦੀ ਹੈ, ਜੋ ਕੋਈ ਕਾਰਜ ਦਿੱਤਾ ਹੈ ਵਾਹਿਗੁਰੂ ਨੇ ਉਹ ਕਰਨਾ ਚਾਹੀਦਾ, ਪਰ ਇਹ ਭਰਮ ਨਹੀਂ ਰੱਖਣਾ ਚਾਹੀਦਾ ਵੀ ਮੇਰੇ ਕਰਕੇ ਦੂਜੇ ਦੀ ਪਾਲਣਾ ਹੋ ਰਹੀ ਹੈ। ਮਹਾਰਾਜ ਕਹਿੰਦੇ ਨਹੀਂ, ਜਨਨ ਪਿਤਾ ਲੋਕ ਸੁੱਤ ਬਣਤਾ ਕੋਏ ਨਾ ਕਿਸ ਕੀ ਧਰਿਆ। ਜਿਹੜਾ ਇਹ ਬਚਨ ਆ ਨਾ ਕੋਏ ਨਾ ਕਿਸ ਕੀ ਧਰਿਆ, ਇਹਦਾ ਭਾਵ ਇਹ ਹੀ ਆ ਵੀ ਉਹਨੇ ਕਿਸੇ ਨੂੰ ਕਿਸੇ ਦੇ ਆਸਰੇ ਤੇ ਨਹੀਂ ਰੱਖਿਆ। ਉਹ ਵਾਹਿਗੁਰੂ ਆਪ ਸਿਰਫ ਸਿਰ ਸਾਰਿਆਂ ਨੂੰ ਆਸਰਾ ਦਿੰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਉਹਦੇ ਤੋਂ ਬਲਿਹਾਰ ਜਾਈਏ, ਉਹ ਸਾਰਿਆਂ ਨੂੰ ਹੀ ਰਿਜ਼ਕ ਦੇ ਰਿਹਾ। ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਹ ਸਿਰ ਬਸਿਰ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ। ਮਹਾਰਾਜ ਕਹਿੰਦੇ ਕਾਹਦੇ ਵਾਸਤੇ ਮਨਾ ਤੂੰ ਡਰ ਕੀਤਾ ਹੋਇਆ, ਕਿਉਂ ਮਨ ਵਿੱਚ ਭੈ ਧਾਰਨ ਕੀਤਾ ਹੋਇਆ ਵੀ ਮੇਰਾ ਕੀ ਬਣੇਗਾ, ਮੈਂ ਭੁੱਖਾ ਹੀ ਨਾ ਰਹਿ ਜਾਵਾਂ, ਮੇਰੇ ਪਰਿਵਾਰ ਦਾ ਕੀ ਬਣੇਗਾ, ਬੱਚਿਆਂ ਦਾ ਕੀ ਬਣੇਗਾ। ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਸਾਰਿਆਂ ਜੀਆਂ ਦੀ। ਤੋ ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ।
ਜਿਉ ਪਿੰਡ ਗ੍ਰਹਿ ਥਾਨ ਤਿਸ ਕਾ ਧਨ ਜੋਬਨ ਧਨ ਮਾਲ ਜਿਉ ਸਾਧ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜਿਉ ਸ਼ਲੋਕ ਰਸਨਾ ਉਚਰੈ ਹਰ ਹਰੇ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਆ ਵੀ ਰਸਨਾ ਦੇ ਨਾਲ ਉਸ ਹਰੀ ਪਰਮੇਸ਼ਰ ਦਾ ਜਸ ਉਚਾਰਨ ਕਰੇ ਜੀ। ਜੋ ਹਰ ਥਾਂ ਤੇ ਵਸਣ ਵਾਲਾ, ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ, ਉਸ ਦਾ ਜਸ ਉਚਾਰਨ ਕਰੋ। ਗੁਣ ਗੋਬਿੰਦ ਬਖਿਆਨ ਜੋ ਜੀਵ ਰਸਨਾ ਨਾਲ ਉਸ ਪ੍ਰਭੂ ਦਾ ਜਸ ਉਚਾਰਦਾ ਹੈ ਤੇ ਗੋਬਿੰਦ ਦੇ ਗੁਣਾਂ ਦਾ ਵਖਿਆਨ ਕਰਦਾ ਹੈ। ਨਾਨਕ ਪਕੜੀ ਟੇਕ ਏਕ ਤੇ ਜਿਸ ਜੀਵ ਨੇ ਉਸ ਇੱਕ ਪਰਮੇਸ਼ਰ ਦੀ ਟੇਕ ਪਕੜੀ ਹੈ, ਟੇਕ ਫੜੀ ਹੋਈ ਹੈ, ਪਰਮੇਸ਼ਰ ਰੱਖੇ ਨਿਦਾਨ ਤੇ ਉਹ ਮਹਾਰਾਜ ਸਾਹਿਬ ਪਰਮੇਸ਼ਰ ਉਸ ਜੀਵ ਨੂੰ ਨਿਦਾਨ ਬਾਲਕ ਜਾਣ ਕਰਕੇ ਉਹਦੀ ਰੱਖਿਆ ਕਰਦਾ ਹੈ। ਤੇ ਨਿਦਾਨ ਨਾਮ ਓੜਕ ਦਾ ਵੀ ਅੰਤ ਦਾ ਵੀ ਹੈ। ਅੰਤ ਨੂੰ ਉਹ ਪਰਮੇਸ਼ਰ ਰੱਖਿਆ ਕਰਦਾ ਹੈ ਜਿਹੜਾ ਰਸਨਾ ਨਾਲ ਉਸ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ ਹੈ, ਉਹਦੇ ਗੁਣਾਂ ਦਾ ਵਖਿਆਨ ਕਰਦਾ ਹੈ, ਉਸ ਵਾਹਿਗੁਰੂ ਦੀ ਟੇਕ ਫੜ ਕੇ ਰੱਖਦਾ ਹੈ ਆਪਣੇ ਹਿਰਦੇ ਵਿੱਚ। ਤਾਂ ਫਿਰ ਅੰਤ ਨੂੰ ਉਹ ਵਾਹਿਗੁਰੂ ਪਰਮੇਸ਼ਰ ਰਾਖੀ ਕਰਦੇ ਹਨ। ਸੰਤ ਸੋ ਸੁਆਮੀ ਪ੍ਰਭ ਰੱਖ ਕੋ ਮਹਾਰਾਜ ਕਹਿੰਦੇ ਉਹ ਸੁਆਮੀ ਪਰਮੇਸ਼ਰ ਪ੍ਰਭੂ ਹੀ ਰਾਖਾ ਹੈ। ਅੰਚਲ ਤਾਕੈ ਲਾਗ ਜਿਉ ਇਹ ਜੀਵ ਉਸ ਪਰਮੇਸ਼ਰ ਦੇ ਪੱਲੇ ਲੱਗਣਾ ਕਰ, ਨਾਮ ਰੂਪੀ ਪੱਲੇ ਨੂੰ ਫੜ, ਉਪਦੇਸ਼ ਰੂਪੀ ਪੱਲੇ ਦੇ ਲੜ ਲੱਗ, ਪ੍ਰੇਮ ਧਾਰਨ ਕਰ। ਭਜ ਸਾਧੂ ਸੰਗ ਦਇਆਲ ਦੇਵ ਜੋ ਦਇਆ ਦਾ ਘਰ ਦੇ ਪ੍ਰਕਾਸ਼ ਸਰੂਪ ਹੈ ਨਾ, ਉਸ ਦਾ ਭਜਨ ਕਰ, ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ, ਸਾਧ ਸੰਗਤ ਵਿੱਚ ਮਿਲ ਕਰਕੇ। ਮਨ ਕੀ ਮਤ ਤਿਆਗ ਜਿਉ ਤੇ ਮਨ ਦੀ ਮਤ ਨੂੰ ਤਿਆਗਣਾ ਕਰ, ਫਿਰ ਭਜਨ ਕੀਤਾ ਹੋਇਆ ਸਫਲ ਹੋਵੇਗਾ। ਮਨ ਕੀ ਮਤ ਤਿਆਗਹੁ ਹਰਿ ਜਨ, ਇਹਾ ਬਾਤ ਕਠੈਨੀ। ਇਹ ਜਿਹੜੀ ਗੱਲ ਕਠਨ ਹੈ, ਗਰੀਬ ਨਵਾਜ ਕਹਿੰਦੇ ਪਰ ਇਹਨੂੰ ਛੱਡਣਾ ਪੈਣਾ, ਮਨ ਦੀ ਮਰਜ਼ੀ ਛੱਡਣਾ ਕਰ। ਇਕ ਓਟ ਕੀਜੈ ਜਿਉ ਦੀਜੈ ਇੱਕ ਵਾਹਿਗੁਰੂ ਪਰਮੇਸ਼ਰ ਦੀ ਓਟ ਧਾਰਨ ਕਰਨਾ ਕਰ ਤੇ ਆਪਣਾ ਜੀਓ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਰਪਿਤ ਕਰ, ਅਰਪਣ ਕਰ। ਆਸ ਇੱਕ ਧਰਣੀ ਧਰੈ ਜੋ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਜਿਹਨੇ ਆਪਣੇ ਆਸਰੇ ਧਰਣੀ ਨੂੰ ਧਾਰਿਆ ਹੋਇਆ, ਧਰਤੀ ਨੂੰ ਟਿਕਾਇਆ ਹੋਇਆ ਹੈ, ਉਸ ਇੱਕ ਵਾਹਿਗੁਰੂ ਦੀ ਆਸ ਰੱਖ। ਸਾਧ ਸੰਗੇ ਹਰ ਨਾਮ ਰੰਗੇ ਸਾਧ ਸੰਗਤ ਕਰਕੇ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ। ਸੰਸਾਰ ਸਾਗਰ ਸਭ ਤਰੈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਨਾ ਆਪਣੇ ਮਨ ਨੂੰ, ਹਿਰਦੇ ਨੂੰ, ਉਹ ਸਾਰੇ ਜੀਵ ਸੰਸਾਰ ਸਮੁੰਦਰ ਤੋਂ ਤਰ ਗਏ। ਜਨਮ ਮਰਨ ਵਿਕਾਰ ਛੂਟੇ ਉਹਨਾਂ ਦਾ ਜੰਮਣਾ ਮਰਨਾ ਵੀ ਛੁੱਟ ਗਿਆ ਤੇ ਵਿਕਾਰਾਂ ਤੋਂ ਵੀ ਖਹਿੜਾ ਛੁੱਟ ਗਿਆ। ਨਾ ਲਾਗੈ ਦਾਗ ਜਿਉ ਫਿਰ ਉਹਨਾਂ ਨੂੰ ਕੋਈ ਕਲੰਕ ਨਹੀਂ ਲੱਗਦਾ, ਦਾਗ ਨਹੀਂ ਲੱਗਦੇ ਹਨ। ਹਾਲ ਜਾਏ ਨਾਨਕ ਪੁਰਖ ਪੂਰਨ ਮਹਾਰਾਜ ਕਹਿੰਦੇ ਬਲਿਹਾਰ ਜਾਂਦੇ ਹਾਂ ਜੋ ਸਾਰੇ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਫਿਰ ਜਾ ਕਾ ਸੁਹਾਗ ਜਿਉ ਜਿਸ ਦਾ ਸਰੂਪ ਸਦਾ ਸਥਿਤ ਹੈ, ਜਿਸ ਦਾ ਆਨੰਦ ਸਦਾ ਸਲਾਮਤ ਹੈ। ਲੋਕ ਧਰਮ ਅਰਥ ਅਰ ਕਾਮ ਮੋਖ ਗਰੀਬ ਨਵਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ ਵੀ ਉਹ ਪਰਮੇਸ਼ਰ ਧਰਮ ਦੀ ਵੀ ਦਾਤ ਦੇਣ ਵਾਲਾ ਹੈ, ਅਰਥ ਮਾਇਆ ਵੀ ਦੇਣ ਵਾਲਾ ਹੈ, ਅਤੇ ਕਾਮ ਕਾਮਨਾ ਵੀ ਪੂਰੀਆਂ ਕਰਨ ਵਾਲਾ ਹੈ, ਤੇ ਮੋਖ ਜੋ ਪਰਲੋਕ ਦੀਆਂ ਚਾਰ ਮੁਕਤੀਆਂ ਉਹ ਵੀ ਦੇਣ ਵਾਲਾ ਹੈ। ਮੁਕਤ ਪਦਾਰਥ ਨਾਥ ਤੇ ਫਿਰ ਚੌਹਾਂ ਮੁਕਤੀਆਂ ਤੋਂ ਪਰੇ ਜਿਹੜੀ ਪੰਜਵੀਂ ਮੁਕਤੀ ਹੈ ਕੇਵਲ ਮੁਕਤੀ, ਪਾਣੀ 'ਚ ਪਾਣੀ ਜਿਵੇਂ ਮਿਲ ਜਾਂਦਾ ਇਸ ਤਰ੍ਹਾਂ ਪਰਮੇਸ਼ਰ ਵਿੱਚ ਭੇਦ ਹੋ ਜਾਣਾ, ਇਹ ਮੁਕਤੀ ਰੂਪੀ ਪਦਾਰਥ ਵੀ ਉਹ ਨਾਥ ਮਾਲਕ ਦੇਣ ਵਾਲਾ ਹੈ। ਸਗਲ ਮਨੋਰਥ ਪੂਰਿਆ ਉਹਨਾਂ ਜੀਵਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ। ਨਾਨਕ ਲਿਖਿਆ ਮਾਥ ਜਿਨ੍ਹਾਂ ਦੇ ਮਸਤਕ ਉੱਥੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਨੇ ਐਸਾ ਸੁਭ ਲੇਖ ਲਿਖ ਦਿੱਤਾ, ਉਹਨਾਂ ਨੂੰ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਗਏ ਗੁਰੂ ਸਾਹਿਬ ਦੇ ਪਾਸੋਂ। ਸੰਤ ਸਗਲ ਇੱਛ ਮੇਰੀ ਪੁੰਨੀਆ ਮਹਾਰਾਜ ਕਹਿੰਦੇ ਸਾਰੀ ਮੇਰੀ ਇੱਛਾ ਪੂਰੀ ਹੋ ਗਈ ਹੈ। ਮਿਲਿਆ ਨਿਰੰਜਨ ਰਾਏ ਜੀਓ ਜਦੋਂ ਇਹ ਸੁੱਧ ਸਰੂਪ ਰਾਜਾ ਸਰੂਪ ਪਰਮੇਸ਼ਰ ਮਿਲਿਆ ਹੈ। ਅਨੰਦ ਭਇਆ ਵਡ ਭਾਗੀ ਹੋ ਵੱਡਿਆਂ ਭਾਗਾਂ ਵਾਲਿਓ,
ਆਨੰਦ ਪ੍ਰਾਪਤ ਹੋਇਆ ਹੈ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਹਿਰਦੇ ਰੂਪੀ ਘਰ ਵਿੱਚ ਪ੍ਰਭੂ ਆ ਕੇ ਪ੍ਰਗਟ ਹੋ ਗਏ ਹਨ ਜੀਓ। ਗ੍ਰਹਿ ਲਾਲ ਆਏ ਪੁਰਬ ਕਮਾਏ। ਇਹ ਪੂਰਬਲੇ ਸ਼ੁਭ ਕਰਮ ਜਿਹੜੇ ਪ੍ਰਗਟ ਹੋਏ ਹਨ, ਪੂਰਬਲੀ ਕਮਾਈ ਪ੍ਰਗਟ ਹੋਈ ਉਗੜੀ ਹੈ। ਇਸ ਕਰਕੇ ਹਿਰਦੇ ਵਿੱਚ ਉਹ ਲਾਲ ਪਿਆਰੇ ਜੀ ਆ ਕੇ ਪ੍ਰਗਟ ਹੋ ਗਏ। ਬਾਕੀ ਉਪਮਾ ਕਿਆ ਗਣਾ। ਉਸ ਲਾਲ ਪਿਆਰੇ ਪਰਮੇਸ਼ਰ ਦੀ ਉਪਮਾ, ਉਹਦੇ ਗੁਣਾਂ ਦੀ ਉਪਮਾ ਕੀ ਗਿਣ ਕੇ ਦੱਸਾਂ, ਬਿਆਨ ਨਹੀਂ ਕੀਤੀ ਜਾ ਸਕਦੀ। ਬੇਅੰਤ ਪੂਰਨ ਸੁਖ ਸਹਿਜ ਦਾਤਾ। ਉਹ ਬੇਅੰਤ ਹੈ, ਅੰਤ ਤੋਂ ਪਰੇ ਹੈ, ਪਰਿਪੂਰਨ ਹੈ, ਸਹਿਜੇ ਸੁੱਖਾਂ ਦਾ ਦਾਤਾ ਹੈ, ਸਹਿਜ ਸੁਖ ਦਾ ਦਾਤਾ ਹੈ। ਪਵਨ ਰਸਨਾ ਗੁਣ ਪਣਾ। ਉਸ ਪ੍ਰਭੂ ਦੇ ਕਿਹੜੇ ਕਿਹੜੇ ਗੁਣਾਂ ਨੂੰ ਰਸਨਾ ਦੇ ਨਾਲ ਉਚਾਰਨ ਕਰਾਂ। ਜਿਹਵਾ ਏਕ ਕਮਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਆਪੇ ਮਿਲਾਏ ਗਹਿ ਕੰਠ ਲਾਏ। ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਆਪ ਹੀ ਆਪਣੇ ਨਾਲ ਮਿਲਾਉਣਾ ਕੀਤਾ ਹੈ, ਆਪ ਹੀ ਆਪਣੀ ਸੰਗਤ ਵਿੱਚ ਮਿਲਾਇਆ ਹੈ, ਆਪਣੇ ਸ਼ਬਦ ਨਾਲ ਮਿਲਾਇਆ ਹੈ। ਗਹਿ ਫੜ ਕਰਕੇ ਮਨ ਹਿਰਦੇ ਰੂਪੀ ਬੁੱਧੀ ਨੂੰ ਤੇ ਆਪਣੇ ਕੰਠ ਨਾਲ ਲਾ ਲਿਆ ਹੈ। ਇਸ ਬਿਨਾ ਨਹੀਂ ਜਾਏ ਜੀਓ। ਇਸ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਜਾਏ ਜਗ੍ਹਾ ਹੀ ਨਹੀਂ ਹੈ ਕਿ ਉਸ ਦੇ ਦਰ ਨੂੰ ਛੱਡ ਕੇ ਹੋਰ ਕਿੱਥੇ ਜਾਈਏ। ਤੁਧ ਨੂੰ ਛੋੜ ਜਾਈਏ ਪ੍ਰਭ ਕਹੇ ਧਾਰਾਨ ਨਾ ਪੀਆ ਤੇਰੀ ਸੰਸਰ। ਤੇਰੀ ਬਰਾਬਰ ਤਾਂ ਕੋਈ ਦੂਜਾ ਹੈ ਹੀ ਨਹੀਂ। ਬਲ ਜਾਏ ਨਾਨਕ ਸਦਾ ਕਰਤੇ। ਮਹਾਰਾਜ ਕਹਿੰਦੇ ਅਸੀਂ ਬਲਿਹਾਰ ਜਾਂਦੇ ਆ ਸਦਾ ਵਾਸਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਤੋਂ, ਕਰਤੇ ਪੁਰਖ ਤੋਂ। ਸਭ ਮਹਿ ਰਹਿਆ ਸਮਾਏ ਜੀਓ। ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ, ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਜੋ ਸਾਰਿਆਂ ਵਿੱਚ ਵਿਆਪਕ ਹੋ ਰਿਹਾ, ਮਹਾਰਾਜ ਕਹਿੰਦੇ ਗੁਰੂ ਕਾ ਉਪਦੇਸ਼ ਲੈ ਕਰਕੇ ਉਸ ਦੇ ਨਾਮ ਦੇ ਨਾਲ ਜੁੜੀਏ, ਬਾਣੀ ਦੇ ਨਾਲ ਜੁੜੀਏ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਕੀ ਉਪਮਾ ਕਿਆ ਗਨਾ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਮਨ ਰਸਨਾ ਗੁਣ ਭਣਾ। ਆਪੇ ਮਿਲਾਏ ਗਹਿ ਕੰਠ ਲਾਏ, ਤਿਸ ਬਿਨਾ ਨਹੀਂ ਜਾਏ ਜੀਓ। ਬਲ ਜਾਏ ਨਾਨਕ ਸਦਾ ਕਰਤੇ, ਸਭ ਮਹਿ ਰਹਿਆ ਸਮਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।